ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਕਾਗਦ ਦੀਪ ਸਭੈ ਕਰਕੇ, ਅਰ ਸਾਤ ਸਮੁੰਦਰਨ ਕੀ ਮਸ ਕਹਿ। ਕਾਟ ਬਨਾਸਪਤੀ ਸਗਰੀ, ਲਿਖਬੇ ਹੂੰ ਕੇ ਲੇਖਨ ਕਾਜ ਬਨੈ ਹੋ। ਸਾਰਸੁਤੀ ਬਖਤਾ ਕਰਕੇ, ਜੁਗ ਕੋਟ ਗਣੇਸ਼ ਕੈ ਹਾਥ ਲਿਖੈ ਹੋਂ। ਕਾਲ ਕਿਰਪਾਨ ਬਿਨਾ ਬਿਨਤੀ, ਨਾ ਤਉ ਤੁਮ ਕੋ ਪ੍ਰਭ ਨੈਕ ਰਿਝੈ ਹਾਂ। ਰਾਖ ਲਿਓ ਪਤ ਮੇਰੀ ਹਰਿ ਜੂ, ਰਾਖ ਲਿਓ, 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 ਰਾਖ ਲਿਓ ਪਤ ਮੇਰੀ ਹਰਿ ਜੂ, ਰਾਖ ਲਿਓ ਪਤ ਮੇਰੀ। ਜਮ ਕੋ ਤਰਾਸ ਭਇਓ ਉਰ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ। ਰਹਾਉ ਮਹਾਪਤਿਤ ਮੁਗਧ ਲੋਭੀ ਫੁਨ, ਕਰਤ ਪਾਪ ਅਭਾਰਾ। ਭੈ ਮਰਬੇ ਕੋ ਬਿਸਰਤ ਨਾਹਿਨ, ਤਿਹ ਚਿੰਤਾ ਤਨ ਜਾਰਾ। ਕੀਏ ਉਪਾਪ ਮੁਕਤ ਕੇ ਕਾਰਨ, ਦਹਿ ਦਿਸ ਕੋ ਉਠ ਧਾਇਆ। ਘਟ ਹੀ ਪੀਤਰ ਬਸੈ ਨਿਰੰਜਨ,
ताको मर्म न पाया, नाहिन गुण नाहिन कछ जप तप। कौन कर्म अब कीजै, नानक हार परयो शरणागत। अभै दान प्रभ दीजै, तेरी किरपा दे सहारे पार लगना। बेड़ा मेरी जिंदड़ी, मेहर दे सहारे पार लगना। बेड़ा मेरी जिंदड़ी दा, तेरी किरपा दे सहारे पार लगना। बेड़ा मेरी जिंदड़ी, तेरी मेहर दे सहारे पार लगना। बेड़ा मेरी जिंदड़ी दा, तेरी मेहर दे सहारे पार लगना। बेड़ा मेरी जिंदड़ी दा, तेरी मेहर दे सहारे पार लगना। बेड़ा मेरी जिंदड़ी दा, बेड़ा मेरी जिंदड़ी दा। प्यारे जी बेड़ा मेरी जिंदड़ी दा, बेड़ा मेरी जिंदड़ी दा। प्यारे जी बेड़ा मेरी जिंदड़ी दा, बेड़ा मेरी जिंदड़ी दा। प्यारे जी बेड़ा मेरी जिंदड़ी दा, तेरी मेहर दे सहारे सहारे पार लगना। बेड़ा मेरी जिंदड़ी दा, तेरी मेहर दे सहारे पार लगना। बेड़ा मेरी जिंदड़ी दा, तेरी मेहर दे सहारे पार लगना। बेड़ा मेरी जिंदड़ी दा, तेरी मेहर दे सहारे पार लगना। बेड़ा मेरी जिंदड़ी दा, तेरी मेहर दे सहारे पार लगना। बेड़ा मेरी जिंदड़ी दा, तेरी मेहर दे सहारे पार लगना। बेड़ा मेरी जिंदड़ी दा। परम सत्कारयोग सतਿਗੁਰੂ जी की साजी ਅਤੇ नवाजी साध संगत जी, अदब सत्कार सहित गुरफतेह की सांझ पाओ। गज के आखो जी वाहिगुरू जी का खालसा, वाहिगुरू जी की फतेह। सतਿਗੁਰੂ गुरु तेग बहादुर साहब महाराज जी फरमान करते ने, हर जू राख लिहो पत मेरी। हे वाहिगुरू, हे परमात्मा, हे अकाल पुरख जी, किरपा करके साडी पत रख लो, साडी इज्जत रख लो। अगली पंक्ति च कहते ने, जम को त्रास पयो और अंतर। और कहते ने हिरदे नूं, हिरदे दे विच मेरे जमां दा डर है। विकारां दे विच फसिया होया मनुख, पापां दे विच फसिया होया मनुख, सच्चे पातशाह महाराज जी ਉਹਦੇ अंदर ਨੂੰ ਝੰਜੋੜਦੇ ਹੋਏ ਕਹਿੰਦੇ ਨੇ ਵੀ ਜੇ ਅੰਦਰ ਆਪਣੇ ਬੀਤ ਚੁੱਕੇ ਸਮੇਂ ਦੇ ਵਿੱਚ ਕੀਤੇ ਕਰਮਾਂ ਦਾ ਖਿਆਲ ਆ ਜਾਏ ਵੀ ਮੈਂ ਜੋ ਜੋ ਕਰਮ ਬੀਜੇ ਨੇ ਉਹਨਾਂ ਦਾ ਫਲ ਭੁਗਤਣਾ ਪੈਣਾ, ਤਾਂ ਫਿਰ ਆਪਣੇ ਆਪ ਹੀ ਅੰਦਰ ਡਰ ਪੈਦਾ ਹੋ ਜਾਂਦਾ ਹੈ। ਆਪਣੇ ਆਪ ਹੀ ਅੰਦਰ एक खौफ पैदा हो जाता है भी जदों जमां दे वस पैना है तो फिर उत्थे लेखा देना बड़ा औखा हो जाना है। जम को त्रास भयो और अंतर, हिरदे विच जमां दा डर पैदा हो गया।
ਉਸ ਡਰ ਦੇ ਕਰਕੇ ਸਰਣ ਗਹੀ ਕਿਰਪਾ ਨਿਧ ਤੇਰੀ। ਹੇ ਵਾਹਿਗੁਰੂ ਕਿਰਪਾ ਦੇ ਖਜ਼ਾਨੇ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਮੈਂ ਤੇਰਾ ਆਸਰਾ ਲਿਆ ਹੈ। ਕਿਰਪਾ ਕਰਕੇ ਮੈਨੂੰ ਬਖਸ਼ ਲੈ, ਕਿਰਪਾ ਕਰਕੇ ਮੈਨੂੰ ਆਸਰਾ ਦੇ, ਸਹਾਰਾ ਦੇ। ਤੇਰੀ ਮਿਹਰ ਤੇਰੇ ਸਹਾਰੇ ਤੋਂ ਬਿਨਾ, ਤੇਰੀ ਕਿਰਪਾ ਤੋਂ ਬਿਨਾ ਮੇਰੀ ਜ਼ਿੰਦਗੀ ਦਾ, ਮੇਰੇ ਜੀਵਨ ਦਾ ਜਿਹੜਾ ਬੇੜਾ ਹੈ ਇਹ ਕਿਨਾਰੇ ਨਹੀਂ ਲੱਗਣਾ। ਅਜੈ ਸੋ ਨਾਉ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਇਆ। ਜਦ ਤੱਕ ਬੇੜਾ ਸਮੁੰਦਰ ਦੇ ਵਿੱਚ ਹੈ, ਇਹਨੇ ਪਤਾ ਨਹੀਂ ਕੰਢੇ ਲੱਗਣਾ ਜਾਂ ਨਹੀਂ ਲੱਗਣਾ। ਜਗ ਕਾਜਲ ਕੀ ਕੋਠੜੀ ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਏ। ਜਗ ਕੱਜਲੇ ਦੀ ਕੋਠੀ ਦੀ ਤਰ੍ਹਾਂ ਹੈ ਤੇ ਵਿਚਾਰ ਰੂਪੀ ਅੱਖਾਂ ਤੋਂ ਹੀਣੇ ਮਨੁੱਖ ਅਸੀਂ ਇਸ ਸੰਸਾਰ ਦੇ ਵਿੱਚ ਤੁਰੇ ਫਿਰਦੇ ਹਾਂ। ਵਿਚਾਰ ਤੋਂ ਹੀਣੇ ਹੋਣ ਕਰਕੇ ਇਸ ਕਾਲਖ ਦੀ ਕੋਠੀ ਵਿੱਚ ਤੁਰਦਿਆਂ ਜਾਂਦਿਆਂ, ਯਾਤਰਾ ਕਰਦਿਆਂ ਕੋਈ ਪਤਾ ਨਹੀਂ ਕਿੱਥੇ ਦਾਗ ਲੱਗ ਜਾਣਾ, ਕਲੰਕ ਲੱਗ ਜਾਣਾ। ਅੱਜ ਐਸੇ ਮਹਾਂਪੁਰਖਾਂ ਦਾ ਪਵਿੱਤਰ ਜੀਵਨ ਜੋ ਲੜੀ ਚੱਲ ਰਹੀ ਹੈ, ਆਪ ਜੀ ਦੇ ਸਨਮੁਖ ਆਪਾਂ ਵਿਚਾਰ ਸਾਰਿਆਂ ਨੇ ਕਰਨੀ ਹੈ। ਧੰਨ ਭਗਤ ਸੂਰਦਾਸ ਜੀ ਮਹਾਰਾਜ, ਜਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਪਾਵਨ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਭਗਤ ਸੂਰਦਾਸ ਜੀ ਮਹਾਰਾਜ, ਜਿਨ੍ਹਾਂ ਦਾ ਜਨਮ ਤੋਂ ਨਾਮ ਸੂਰਦਾਸ ਨਹੀਂ ਸੀ ਜੀ, ਉਹਨਾਂ ਦਾ ਪਹਿਲਾ ਨਾਮ ਸੀ ਮਦਨ ਮੋਹਨ। ਇਹਨਾਂ ਦਾ ਜਿਹੜਾ ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ, ਸੰਮਤ ਬਿਕਰਮੀ 1528 ਦੇ ਵਿੱਚ ਇਹਨਾਂ ਦਾ ਆਗਮਨ ਹੋਇਆ, ਲਿਖਿਆ ਹੈ। ਪਿਤਾ ਜੀ ਜਿਹੜੇ ਸਨ ਇਹਨਾਂ ਦੇ ਬਹੁਤ ਵਿਦਵਾਨ ਸਨ। ਘਰ ਦੇ ਵਿੱਚ ਚੰਗਾ ਮਾਹੌਲ ਸੀ, ਬਚਪਨ ਦੇ ਵਿੱਚ ਚੰਗੀ ਪਰਵਰਿਸ਼ ਹੋਈ, ਚੰਗੀ ਪਾਲਣਾ ਪੋਸ਼ਣਾ ਹੋਈ, ਜਿਸ ਦੇ ਨਤੀਜੇ ਵਜੋਂ ਮਦਨ ਮੋਹਨ ਜੀ ਸਨ ਜਿਹੜੇ ਇਹ ਚੰਗੇ ਵਿਦਵਾਨ ਬਣੇ। ਸੰਸਕ੍ਰਿਤ ਦੇ, ਹਿੰਦੀ ਦੇ, ਫਾਰਸੀ ਦੇ ਚੰਗੇ ਵਿਦਵਾਨ ਸਨ। ਕੱਲੀ ਵਿਦਵਤਾ ਹੀ ਨਹੀਂ ਸੀ, ਪਰਮੇਸ਼ਰ ਵੱਲੋਂ ਬਖਸ਼ਿਆ ਹੋਇਆ ਜਿਹੜਾ ਸਰੀਰ ਸੀ ਇਹ ਵੀ ਬਹੁਤ ਸੁੰਦਰ ਸੀ। ਸੁੰਦਰਤਾ ਸੀ ਇਹਨਾਂ ਦੇ ਸਰੀਰ ਤੇ, ਬਹੁਤ ਗਠੀਲਾ ਸਰੀਰ ਸੀ, ਤੇਜਵੰਤੀ ਇਹਨਾਂ ਦੇ ਚਿਹਰੇ ਤੇ ਤੇਜ ਐਨ ਪ੍ਰਕਾਸ਼ ਝਲਕਦਾ ਸੀ। ਸਮੇਂ ਅਨੁਸਾਰ ਚੰਗੀ ਪੜ੍ਹਾਈ ਹੋਣ ਕਰਕੇ, ਤਾਕਤਵਰ ਸਰੀਰ ਹੋਣ ਕਰਕੇ ਇਹਨਾਂ ਦੀ ਸੋਭਾ ਪੂਰੇ ਇਲਾਕੇ ਦੇ ਵਿੱਚ ਸੀ। ਤੇ ਮਦਨ ਮੋਹਨ ਦੇ ਪਿਤਾ ਜੀ ਸਨ ਜਿਹੜੇ, ਇਹਨਾਂ ਦੀ ਰਾਜ ਦਰਬਾਰ ਦੇ ਵਿੱਚ ਵੀ ਚੰਗੀ ਪਹੁੰਚ ਸੀ। ਬਾਣੀ ਕਹਿੰਦੀ ਹੈ ਜੀ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ। ਮਦਨ ਮੋਹਨ ਜੀ ਨੂੰ ਪਰਮੇਸ਼ਰ ਦੀ ਬਣਾਈ ਹੋਈ ਵਿੱਧ ਦੇ ਅਨੁਸਾਰ ਉਸ ਵੇਲੇ ਦੇ ਬਾਦਸ਼ਾਹ ਅਕਬਰ ਨੇ ਅਵਧ ਦੇ ਇਲਾਕੇ ਦਾ ਹਾਕਮ ਬਣਾ ਦਿੱਤਾ। ਅਵਧ ਦੇ ਇਲਾਕੇ ਦੀ ਹਕੂਮਤ ਮਦਨ ਮੋਹਨ ਜੀ ਨੂੰ ਦੇ ਦਿੱਤੀ। ਪਰ ਮਦਨ ਮੋਹਨ ਜੀ ਦਾ ਜਿਹੜਾ ਸੁਭਾਅ ਸੀ, ਹਮੇਸ਼ਾ ਸਾਧੂਆਂ ਦੀ ਸੰਗਤ ਕਰਨੀ, ਸਾਧੂਆਂ ਦੀ ਸੇਵਾ ਕਰਨੀ, ਭਜਨ ਬੰਦਗੀ ਦੇ ਵਿੱਚ ਆਪਣੇ ਆਪ ਨੂੰ ਲਾਉਣਾ। ਹੁਣ ਇਹ ਗੱਲ ਜਿਹੜੀ ਸੰਤਾਂ ਦੀ ਸੇਵਾ ਵਾਲੀ ਨਿੰਦਕਾਂ ਦੋਖੀਆਂ ਨੂੰ ਚੰਗੀ ਨਹੀਂ ਸੀ ਲੱਗਦੀ, ਤੇ ਭਗਤ ਜੀ ਤੇ ਆਪਣੇ ਵੱਲੋਂ ਬੰਧਨਾਂ ਵਿੱਚ ਪੈਣਾ ਹੀ ਨਹੀਂ ਸੀ ਚਾਹੁੰਦੇ। ਮਦਨ ਮੋਹਨ ਜੀ ਤੇ ਚਾਹੁੰਦੇ ਸੀ ਵੀ ਮੈਂ ਆਜ਼ਾਦ ਰਵਾਂ, ਪਰ ਬਾਦਸ਼ਾਹ ਦੇ ਆਖੇ ਅੱਗੇ ਇਹਨਾਂ ਦੀ ਕੋਈ ਪੇਸ਼ ਨਹੀਂ ਸੀ ਗਈ ਤੇ ਇਹਨਾਂ ਨੂੰ ਹਾਕਮ ਬਣਨਾ ਪਿਆ। ਪਰ ਇਹਨਾਂ ਨੇ ਆਪਣਾ ਸੁਭਾਅ ਨਹੀਂ ਛੱਡਿਆ ਜੀ, ਸੰਤਾਂ ਦੀ ਸੇਵਾ ਹਮੇਸ਼ਾ ਕਰਦੇ। ਤੇ ਹੁਣ ਜਿਹੜੇ ਨਿੰਦਕ ਲੋਕ, ਦੋਖੀ ਲੋਕ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ, ਤੇ ਸਮੇਂ-ਸਮੇਂ ਦੇ ਉੱਤੇ ਈਰਖਾਲੂ ਲੋਕ ਇਹਨਾਂ ਦੀਆਂ ਸ਼ਿਕਾਇਤਾਂ ਵੀ ਕਰਦੇ ਬਾਦਸ਼ਾਹ ਦੇ ਕੋਲ ਵੀ ਇਹ ਬਾਦਸ਼ਾਹ ਜਿਹਨੂੰ ਤੁਸੀਂ ਅਵਧ ਦੇ ਇਲਾਕੇ ਦਾ ਹਾਕਮ ਬਣਾਇਆ, ਇਹ ਤਾਂ ਸਾਧਾਂ ਸੰਤਾਂ ਤੇ ਸਾਰਾ ਕੁਝ ਲੁਟਾਈ ਜਾਂਦਾ ਹੈ। ਇਹ ਤੁਹਾਡੇ ਬਖਸ਼ੇ ਹੋਏ ਰਾਜ ਦੀ ਸੰਭਾਲ ਨਹੀਂ ਕਰ ਰਿਹਾ, ਤੁਹਾਡੀ ਹਕੂਮਤ ਦੀ ਸੰਭਾਲ ਨਹੀਂ ਕਰ ਰਿਹਾ। ਇਹ ਤੇ ਤੁਹਾਡੀ
ਪਰਜਾ ਦੇ ਕੋਲ ਇਕੱਠਾ ਹੋਇਆ ਜਿਹੜਾ ਮਾਲੀਆ ਹੈ ਉਹਦੇ ਨਾਲ ਸਾਧਾਂ ਨੂੰ ਹੀ ਖਿਲਾਈ ਜਾਂਦਾ ਹੈ। ਹੋਰ ਵੀ ਕਿੰਨੇ ਤਰ੍ਹਾਂ ਦੇ ਇਲਜ਼ਾਮ ਜਦੋਂ ਕੋਈ ਇਹੋ ਜਿਹੀ ਗੱਲ ਕਰਦਾ ਹੈ ਤਾਂ ਫਿਰ ਸਾਧ ਸੰਗਤ ਜੀ ਉਹ ਆਪਣੇ ਵੱਲੋਂ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਜਦੋਂ ਕਿਸੇ ਤੇ ਇਲਜ਼ਾਮ ਹੀ ਲਾਉਣਾ ਹੋਵੇ, ਜਦੋਂ ਕਿਸੇ ਨੂੰ ਦੋਸ਼ੀ ਬਣਾਉਣਾ ਹੋਵੇ, ਸਾਬਤ ਕਰਨਾ ਹੋਵੇ ਤਾਂ ਫਿਰ ਸਾਧ ਸੰਗਤ ਜੀ ਅਗਲਾ ਵਿਚਾਰ ਨਹੀਂ ਕਰਦਾ ਵੀ ਮੈਂ ਕੀ ਕਹਿ ਰਿਹਾ ਹਾਂ। ਬਾਣੀ ਆਪਾਂ ਨੂੰ ਕਹਿੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੀ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ। ਖਹਿੰਦੇ ਨੇ ਰੱਬ ਦੇ ਪਿਆਰਿਆਂ ਦੇ ਨਾਲ, ਪਰ ਉਹ ਕਦੇ ਸੁਖ ਨਹੀਂ ਪਾਉਂਦੇ। ਜੀ ਦੁਸ਼ਟਾਂ ਨਾਲ ਮੁਹੱਬਤਾਂ ਪਾਉਂਦੇ, ਵੈਰੀ ਬਣਦੇ ਸੰਤਾਂ ਦੇ। 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 ਅੱਗੇ ਪਿੱਛੇ ਸੁਖ ਨਾ ਮਿਲਦਾ, ਦੁੱਖ ਤਾਂ ਪਾਉਂਦੇ ਅੰਤਾਂ ਦੇ। ਅੱਗੇ ਪਿੱਛੇ ਸੁਖ ਨਾ ਮਿਲਦਾ, ਦੁੱਖ ਤਾਂ ਪਾਉਂਦੇ ਅੰਤਾਂ ਦੇ। ਅੱਗੇ ਪਿੱਛੇ ਸੁਖ ਨਾ ਮਿਲਦਾ, ਦੁੱਖ ਤਾਂ ਪਾਉਂਦੇ ਅੰਤਾਂ ਦੇ। ਅੱਗੇ ਪਿੱਛੇ ਸੁਖ ਨਾ ਮਿਲਦਾ, ਦੁੱਖ ਤਾਂ ਪਾਉਂਦੇ ਅੰਤਾਂ ਦੇ। ਅੱਗੇ ਪਿੱਛੇ ਸੁਖ ਨਾ ਮਿਲਦਾ, ਦੁੱਖ ਤਾਂ ਪਾਉਂਦੇ ਅੰਤਾਂ ਦੇ। ਅੱਗੇ ਪਿੱਛੇ ਸੁਖ ਨਾ ਮਿਲਦਾ, ਦੁੱਖ ਤਾਂ ਪਾਉਂਦੇ ਅੰਤਾਂ ਦੇ। ਕਿਉਂ ਸਿਰ ਤੇ ਚਾੜੇ ਭਾਰ, ਕੀ ਕਰਕੇ ਜਰਾ ਵਿਚਾਰ। ਸਿਰ ਤੇ ਚਾੜੇ ਭਾਰ, ਜਰਾ ਵਿਚਾਰ। ਕਿਉਂ ਸਿਰ ਤੇ ਚਾੜੇ ਭਾਰ, ਕਰਕੇ ਦੇਖੀ ਜਰਾ ਵਿਚਾਰ। ਆਖਰ ਜਮਾਂ ਦੀ ਪੈਣੀ ਮਾਰ, ਚਰਨੀ ਲੱਗ ਜਾ ਸੰਤਾਂ ਦੇ। ਦੁਸ਼ਟਾਂ ਨਾਲ ਮੁਹੱਬਤਾਂ ਪਾਉਂਦੇ, ਵੈਰੀ ਬਣਦੇ 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 ਸੰਤਾਂ ਦੇ। ਮਹਾਰਾਜ ਬਾਣੀ ਦੇ ਵਿੱਚ ਇਸ ਤਰ੍ਹਾਂ ਸਮਝਾਉਂਦੇ ਨੇ, ਪੂਰਾ ਸ਼ਬਦ ਪੜ੍ਹਨ ਦੀ ਕੋਸ਼ਿਸ਼ ਕਰਿਓ। ਨਾਨਕ ਵਿਚਾਰੈ ਸੰਤ ਜਨ, ਚਾਰ ਵੇਦ ਕਹੰਦੇ। ਭਗਤ ਮੁਖੈ ਤੇ ਬੋਲਦੇ, ਭਗਤ ਮੁਖੈ ਤੇ ਬੋਲਦੇ। ਬਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ। ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣਦੇ। ਸੁਖ ਨਾ ਪਾਇਨ ਮੁਗਧ ਨਰ। ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਕਹੰਦੇ। ਕੋਈ ਲੋਚਨ
ਵਿਚਾਰੇ ਕਿਆ ਕਰੇ, ਜਾਂ ਭਾਗ ਤੁਰ ਬੰਦੇ ਜੋ ਮਾਰੇ ਤਿਨ ਪਾਰ ਬ੍ਰਹਮ, ਜੋ ਮਾਰੇ ਤਿਨ ਪਾਰ ਬ੍ਰਹਮ, ਜੇ ਕਿਸੈ ਨ ਸੰਦੇ ਵੈਰ ਕਰੈ ਨਿਰਵੈਰ ਨਾਮ। ਵੈਰ ਕਰੈ ਨਿਰਵੈਰ ਨਾਮ, ਧਰਮ ਨਿਆਏ ਭਜੰਦੇ ਜੋ ਜੋ ਸੰਤ ਸਰਾਪਿਆ, ਜੋ ਜੋ ਸੰਤ ਸਰਾਪਿਆ, ਸੇ ਫਿਰੈ ਪਵੰਦੇ ਪੇੜ ਮੁੰਡਾਉ ਕੱਟਿਆ। ਪੇੜ ਮੁੰਡਾਉ ਕੱਟਿਆ, ਇਸ ਡਾਲ ਸੁਗੰਧੇ ਪੇੜ ਮੁੰਡਾਉ ਕੱਟਿਆ। ਸੁਖ ਕਦੇ ਨ ਪਾਉਂਦੇ ਜੀ ਮੂਰਖ ਸੰਤਾਂ ਦੇ ਨਾਲ ਖੈਂਦੇ, ਕਦੇ ਨ ਪਾਉਂਦੇ ਜੀ ਮੂਰਖ ਸੰਤਾਂ ਦੇ ਨਾਲ ਖੈਂਦੇ, ਸੁਖ ਕਦੇ ਨ ਪਾਉਂਦੇ ਜੀ ਮੂਰਖ ਸੰਤਾਂ ਦੇ ਨਾਲ ਕਹਿੰਦੇ, ਸੁਖ ਕਦੇ ਨ ਪਾਉਂਦੇ ਜੀ ਮੂਰਖ ਸੰਤਾਂ ਦੇ ਨਾਲ ਕਹਿੰਦੇ, ਸੁਖ ਕਦੇ ਨ ਪਾਉਂਦੇ ਜੀ ਮੂਰਖ ਸੰਤਾਂ ਦੇ ਨਾਲ ਕਹਿੰਦੇ, ਸੁਖ ਕਦੇ ਨ ਪਾਉਂਦੇ ਜੀ ਮੂਰਖ ਸੰਤਾਂ ਦੇ ਨਾਲ ਕਹਿੰਦੇ। ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖੜਾਉਂਦੇ, ਰੱਬ ਦੇ ਪਿਆਰਿਆਂ ਦੇ ਨਾਲ ਕਹਿੰਦੇ ਨੇ, ਈਰਖਾ ਕਰਦੇ ਨੇ। ਹੁਣ ਉਸ ਈਰਖਾ ਦੇ ਵਸ ਹੋ ਕੇ ਤੇ ਸਾਧ ਸੰਗਤ ਜੀ ਬਾਦਸ਼ਾਹ ਦੇ ਤਾਈਂ ਸ਼ਿਕਾਇਤਾਂ ਪਹੁੰਚਾ ਰਹੇ ਨੇ ਵੀ ਇਹ ਜਿਹੜਾ ਤੁਸੀਂ ਹਾਕਮ ਲਾਇਆ ਹੋਇਆ ਹੈ, ਇਹ ਤਾਂ ਤੁਹਾਡੇ ਪਰਜਾ ਦੇ ਕੋਲੋਂ ਇਕੱਠਾ ਕੀਤਾ ਹੋਇਆ ਜਿਹੜਾ ਮਾਲੀਆ ਹੈ, ਟੈਕਸ ਹੈ, ਉਹ ਸਾਧਾਂ ਸੰਤਾਂ ਤੇ ਲੁਟਾਈ ਜਾਂਦਾ ਬਸ। ਬਾਦਸ਼ਾਹ ਲੋਕ ਜਿਹੜੇ ਹੁੰਦੇ ਨੇ ਸਾਧ ਸੰਗਤ ਜੀ, ਉਹਨਾਂ ਦੇ ਬਾਬਤ ਇੱਦਾਂ ਵੀ ਵਿਦਵਾਨ ਲੋਕ ਕਹਿੰਦੇ ਨੇ ਵੀ ਰਾਜੇ ਲੋਕ ਕੰਨਾਂ ਦੇ ਕੱਚੇ ਹੁੰਦੇ ਨੇ। ਆਪਣੇ ਸੂਹੀਆਂ ਦੁਆਰਾ ਜਦੋਂ ਇਹ ਖਬਰ ਬਾਦਸ਼ਾਹ ਅਕਬਰ ਨੂੰ ਪਤਾ ਲੱਗੀ ਤਾਂ ਉਹਨੇ ਕੁਛ ਦਰਬਾਰੀ ਬੰਦਿਆਂ ਦੀ ਡਿਊਟੀ ਲਾਈ ਵੀ ਤੁਸੀਂ ਜਾਂਚ ਕਰੋ, ਜਾ ਕੇ ਪੜਤਾਲ ਕਰੋ। ਜਦ ਪੜਤਾਲ ਕਰਨ ਲੱਗ ਪਏ ਤੇ ਹੁਣ ਉਹ ਜਿਹੜੇ ਪੜਤਾਲੀਆ ਕਮੇਟੀ ਕਹਿ ਲਓ, ਜਿਹੜੇ ਪੜਤਾਲ ਕਰਨ ਵਾਲੇ, ਜਾਂਚ ਕਰਨ ਵਾਲੇ ਸੀਗੇ, ਉਹ ਵੀ ਨਿੰਦਕਾਂ ਦੇ ਨਾਲ ਰਲ ਗਏ, ਨਿੰਦਕਾਂ ਦੇ ਨਾਲ ਰਲ ਗਏ। ਹੁਣ ਉੱਥੇ ਇਨਸਾਫ ਦੀ ਤਾਂ ਕੋਈ ਗੱਲ ਹੋ ਹੀ ਨਹੀਂ ਸੀ ਸਕਦੀ ਸਾਧ ਸੰਗਤ, ਉੱਥੇ ਇਨਸਾਫ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਇਨਸਾਫ ਤਾਂ ਹੋ ਹੀ ਨਹੀਂ ਸੀ ਸਕਦਾ ਉੱਥੇ। ਉਹਨਾਂ ਨੇ ਮਦਨ ਮੋਹਨ ਨੂੰ ਦੋਸ਼ੀ ਸਾਬਤ ਕਰਤਾ ਵੀ ਇੰਨਾ ਪੈਸਾ ਜਿਹੜਾ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਇਹਨੇ ਨਜਾਇਜ਼ ਵਰਤਿਆ। ਬਾਦਸ਼ਾਹ ਨੇ ਹੁਕਮ ਦੇ ਦਿੱਤਾ ਵੀ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਵੇ। ਮਦਨ ਮੋਹਨ ਜੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਹੁਣ ਜਿਹੜੇ ਮਦਨ ਮੋਹਨ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋਏ ਵੇ ਸਨ ਸਾਧੂ ਸੰਤ ਮਹਾਤਮਾ, ਉਹ ਵੀ ਸਾਰੇ ਬੇਨਤੀਆਂ ਕਰਦੇ ਨੇ ਵੀ ਪਰਮਾਤਮਾ, ਹੇ ਵਾਹਿਗੁਰੂ, ਹੇ ਅਕਾਲ ਪੁਰਖ, ਤੇਰੇ ਨਾਮ ਦੇ ਉੱਤੇ ਇਹ ਆਪਣੇ ਅਹੁਦੇ ਦੀ ਪਰਵਾਹ ਕੀਤੇ ਬਿਨਾਂ ਸਾਡੀ ਸੇਵਾ ਕਰਦਾ ਰਿਹਾ, ਤੇ ਤੂੰ ਕਿਰਪਾ ਕਰ ਇਹਦੀ ਬਾਂਹ ਫੜ। ਸੱਚ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਹੈ, ਤੇਰੇ ਨਾਮ ਨੂੰ ਲਾਜ ਲੱਗਦੀ ਹੈ। ਪਰ ਮਦਨ ਮੋਹਨ ਨੂੰ ਜਦੋਂ ਮਿਲਣ ਜਾਂਦੇ ਹੈ ਤੇ ਮਦਨ ਮੋਹਨ ਜੀ ਕਹਿੰਦੇ ਨੇ, ਐ ਸੰਤ ਜੀ, ਜੋ ਪਰਮਾਤਮਾ ਕਰਦਾ ਹੈ ਬਹੁਤ ਚੰਗਾ ਕਰਦਾ ਹੈ, ਪਰਮਾਤਮਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ। ਜੇ ਮੈਂ ਹਕੂਮਤ ਕਰਦਾ ਰਹਿੰਦਾ
ਤਾਂ ਜਿੰਨਾ ਮੇਰੇ ਕੋਲੇ ਹੁਣ ਇਸ ਬੰਦੀਖਾਨਿਆਂ ਦੇ ਵਿੱਚ ਭਜਨ ਸਿਮਰਨ ਵਾਸਤੇ ਸਮਾਂ ਹੈ ਤਾਂ ਮੈਂ ਉਹ ਸਿਮਰਨ ਨਹੀਂ ਸੀ ਕਰ ਸਕਦਾ। ਇਹ ਤਾਂ ਪ੍ਰਮਾਤਮਾ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਜਿਹੜਾ ਮੈਨੂੰ ਸਿਮਰਨ ਕਰਨ ਵਾਸਤੇ, ਭਜਨ ਬੰਦਗੀ ਕਰਨ ਵਾਸਤੇ ਸਮਾਂ ਦੇ ਦਿੱਤਾ। ਦੇਖੋ ਇਹ ਵੀ ਇੱਕ ਗੁਰਮੁਖਾਂ ਦੀ ਕਿੱਡੀ ਉੱਚੀ ਸੁੱਚੀ ਬਿਰਤੀ ਹੁੰਦੀ ਸਾਧ ਸੰਗਤ। ਦੁੱਖ ਆਉਂਦਾ ਆਪਾਂ ਨੂੰ ਵੀ, ਤਕਲੀਫਾਂ ਆਪਾਂ ਨੂੰ ਵੀ ਆਉਂਦੀਆਂ ਨੇ, ਪਰ ਆਪਾਂ ਕਹਿੰਦੇ ਰੱਬ ਨੇ ਇਦਾਂ ਕਰਕੇ ਸਾਡੇ ਨਾਲ ਬਹੁਤ ਮਾੜੀ ਕੀਤੀ, ਇਦਾਂ ਹੋਣੀ ਨਹੀਂ ਸੀ ਚਾਹੀਦੀ ਸਾਡੇ ਨਾਲ ਕਿਉਂ ਇਦਾਂ ਹੋਈ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਸਾਧ ਸੰਗਤ ਜੀ, ਉਹ ਹਰੇਕ ਚੀਜ਼ ਨੂੰ ਜੋ ਵੀ ਪ੍ਰਮਾਤਮਾ ਕਰਦਾ ਹੈ ਉਹਦੇ ਵਿੱਚ ਚੰਗਾ ਪੱਖ ਦੇਖਦੇ ਆ। ਬਾਣੀ ਵਿੱਚ ਪੜ੍ਹਤਾ ਆਪਾਂ ਵੀ ਲੈਂਦੇ ਆ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ, ਇਹ ਦਾਤਾ ਤੇਰੀ ਦਾਤ ਹੈ। ਪਰ ਉਹਨਾਂ ਦੁੱਖਾਂ ਨੂੰ ਦਾਤ ਸਮਝਦਾ ਕੌਣ ਹੈ? ਜਿਹਦੇ ਤੇ ਕਿਰਪਾ ਹੋਵੇ। ਜੇ ਦੁੱਖ ਆਇਆ ਹੈ, ਤਕਲੀਫ ਆਈ ਹੈ, ਉਹਦੇ ਪਿੱਛੇ ਵੀ ਕੁਝ ਚੰਗਿਆਈ ਹੈ। ਜੇ ਰਾਤ ਪਈ ਹੈ ਤਾਂ ਸਾਧ ਸੰਗਤ ਜੀ ਇਸ ਗੱਲ ਦੀ ਗਵਾਹੀ ਰਾਤ ਭਰਦੀ ਹੈ ਵੀ ਅਗਲੀ ਸਵੇਰ ਹੋਵੇਗੀ। ਸਵੇਰ ਹੋਣ ਦੀ ਗਵਾਹੀ ਰਾਤ ਦਾ ਹਨੇਰਾ ਭਰਦਾ ਹੈ। ਤੇ ਜੇ ਰਾਤ ਨਾ ਪਵੇ ਤੇ ਦਿਨ ਚੜ੍ਹਨ ਦੀ ਤਾਂ ਸਾਧ ਸੰਗਤ ਜੀ ਕੋਈ ਗੱਲ ਹੀ ਨਹੀਂ ਸਾਹਮਣੇ ਆ ਸਕਦੀ, ਕੋਈ ਵਿਚਾਰ ਹੀ ਨਹੀਂ ਕੀਤਾ ਜਾ ਸਕਦਾ। ਦੁੱਖ ਤੇ ਸੁੱਖ ਜੀਵਨ ਦੇ ਦੋ ਅੰਗ ਹਨ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਜਿਹੜਾ ਦੁੱਖਾਂ ਦੇ ਵਿੱਚ ਆ ਕੇ ਰੱਬ ਨੂੰ ਉਲਾਮੇ ਦਿੰਦਾ ਹੈ ਉਹ ਮਹਾਰਾਜ ਦਾ ਪ੍ਰੇਮੀ ਨਹੀਂ ਹੋ ਸਕਦਾ। ਪ੍ਰੇਮੀ ਕੀ ਕਹਿੰਦੇ ਨੇ? ਹੁਣ ਮਦਨ ਮੋਹਨ ਜੀ ਦੇ ਕੋਲ ਜਦੋਂ ਜਾਂਦੇ ਨੇ ਉਹਨਾਂ ਦੇ ਪਿਆਰ ਵਾਲੇ ਮਿਲਣ ਵਾਸਤੇ, ਉਹ ਕਹਿੰਦੇ ਰੱਬ ਨੇ ਤੁਹਾਡੇ ਨਾਲ ਬਹੁਤ ਮਾੜਾ ਕੀਤਾ, ਤੁਸੀਂ ਤਾਂ ਸੇਵਾ ਕਰਦੇ ਸੀ, ਜੇ ਤੁਹਾਡੇ ਨਾਲ ਰੱਬ ਨੇ ਬਹੁਤ। ਕਹਿੰਦੇ ਨਾ, ਰੱਬ ਨੇ ਕੀ ਮਾੜਾ ਕੀਤਾ? ਰੱਬ ਨੇ ਨਹੀਂ ਬਿਲਕੁਲ ਵੀ ਮਾੜਾ ਕੀਤਾ। ਰੱਬ ਨੇ ਤਾਂ ਮੇਰੇ ਲਈ ਇੱਕ ਸਮਾਂ ਬਖਸ਼ਿਸ਼ ਕੀਤਾ ਹੈ ਕਿ ਮੈਂ ਬੈਠ ਕੇ ਭਜਨ ਕਰ ਸਕਾਂ। ਮੇਰੇ ਅੰਦਰਲੀ ਅਵਸਥਾ, ਮੇਰੇ ਅੰਦਰਲੀ ਇੱਛਾ ਤਾਂ ਇਹੀ ਹੈ, ਹੇ ਪ੍ਰਮਾਤਮਾ ਜਿਵੇਂ ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਰਹਿਣਾ ਵਿੱਚ ਜੀ ਰਜਾ ਤੇਰੀ ਦੇ, ਰਹਿਣਾ ਵਿੱਚ ਜੀ ਰਜਾ ਤੇਰੀ ਦੇ। 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 ਉਹ ਰਹਿਣਾ ਵਿੱਚ ਜੀ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ ਜੀ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਵੇਂ ਰੱਖੋਗੇ ਰਹਾਂਗੇ ਸੱਚੇ ਪਾਤਸ਼ਾਹ, ਰਹਿਣਾ ਵਿੱਚ ਰਜਾ ਤੇਰੀ ਦੇ। ਜਿਹੜਾ ਦੁੱਖ ਆਉਂਦਾ ਜੀਵਨ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ,
ਮਹਾਰਾਜ ਨੇ ਦੁੱਖ ਨੂੰ ਦਾਰੂ ਆਖਿਆ। ਉਹ ਦੁੱਖ ਦਾਰੂ ਦੀ ਤਰ੍ਹਾਂ ਜਿਹੜਾ ਤੁਹਾਨੂੰ ਪ੍ਰਮਾਤਮਾ ਦੇ ਪਾਸੇ ਲਾ ਦਿੰਦਾ ਹੈ। ਜਿਸ ਦੁੱਖ ਤੋਂ ਸਤਾਏ ਹੋਏ ਤੁਸੀਂ ਭਜਨ ਬੰਦਗੀ ਕਰਨ ਲੱਗ ਪੈਂਦੇ ਹੋ, ਬਾਣੀ ਪੜ੍ਹਨ ਲੱਗ ਪੈਂਦੇ ਹੋ, ਸਾਧੂ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨ ਲੱਗ ਪੈਂਦੇ ਹੋ, ਉਹ ਦੁੱਖ ਵੀ ਤੁਹਾਡੇ ਲਈ ਚੰਗਾ ਹੈ। ਉਹ ਦੁੱਖ ਵੀ ਤੁਹਾਡੇ ਲਈ ਚੰਗਾ ਹੈ। ਤੋ ਇਸ ਪ੍ਰਕਾਰ ਜਿਹੜਾ ਸੁੱਖ ਤੁਹਾਨੂੰ ਪਰਮਾਤਮਾ ਵੱਲੋਂ ਭੁਲਾ ਦਿੰਦਾ ਹੈ, ਨਿਤਨੇਮ ਛਡਾ ਦਿੰਦਾ ਹੈ, ਗੁਰੂ ਘਰ ਦੀ ਸੇਵਾ ਛਡਾ ਦਿੰਦਾ ਹੈ, ਉਹ ਸੁੱਖ ਤੁਹਾਡੇ ਲਈ ਰੋਗ ਦੀ ਤਰ੍ਹਾਂ, ਰੋਗ ਦੀ ਤਰ੍ਹਾਂ। ਤੇ ਮਹਾਰਾਜ ਨੇ ਤੇ ਲਿਖਿਆ ਨਾ ਜੀ ਬਾਣੀ, ਦੁੱਖ ਦਾਰੂ ਸੁੱਖ ਰੋਗ। ਸੁੱਖ ਰੋਗਾਂ ਦੀ ਤਰ੍ਹਾਂ, ਜਿਹੜੇ ਸੁੱਖਾਂ 'ਚ ਪਰਮਾਤਮਾ ਭੁੱਲ ਜਾਂਦਾ ਹੈ। ਉਹ ਦੁੱਖ ਦਵਾਈ ਦੀ ਤਰ੍ਹਾਂ ਹਨ, ਜਿਹੜੇ ਦੁੱਖਾਂ ਦੇ ਵਿੱਚ ਪਰਮਾਤਮਾ ਯਾਦ ਆਉਂਦਾ। ਮਹਾਭਾਰਤ ਦੀ ਮਿਸਾਲ ਆਉਂਦੀ ਹੈ। ਕਹਿੰਦੇ ਜੀ ਜਦੋਂ ਮਹਾਭਾਰਤ ਦਾ ਯੁੱਧ ਸਮਾਪਤ ਹੋ ਗਿਆ, ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਪਾਂਡਵਾਂ ਦੇ ਕੋਲੋਂ ਜਾ ਰਹੇ ਸੀ ਤੇ ਕੁੰਤੀ ਨੂੰ ਕਹਿਣ ਲੱਗੇ, ਕੁਛ ਮੰਗਣਾ ਚਾਹੁੰਦੇ ਹੋ ਤੇ ਦੱਸੋ, ਮੰਗ ਲਓ ਕੁਛ। ਤੇ ਪਾਂਡਵਾਂ ਦੀ ਮਾਤਾ ਕੁੰਤੀ ਕਹਿਣ ਲੱਗੀ, ਕਹਿੰਦੀ ਭਗਵਾਨ ਜੇ ਤੁਸੀਂ ਕੁਛ ਦੇਣਾ ਹੀ ਹੈ ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਵਿਪਤਾ ਦਿਓ, ਦੁੱਖ ਵਿਪਤਾ ਦੇ ਦਿਓ। ਕਹਿੰਦੇ ਸਾਰੀ ਦੁਨੀਆ ਵਿਪਤਾ ਤੋਂ ਡਰਦੀ ਹੈ, ਤੁਸੀਂ ਵਿਪਤਾ ਮੰਗਦੇ ਹੋ, ਕੀ ਗੱਲ? ਕਹਿੰਦੇ ਜਿੰਨਾ ਚਿਰ ਵਿਪਤਾ ਸੀ, ਜੰਗ ਲੱਗਿਆ ਹੋਇਆ ਸੀ, ਭਗਵਾਨ ਸਾਡੇ ਨਾਲ ਰਿਹਾ, ਹੁਣ ਜੰਗ ਖਤਮ ਹੋ ਗਿਆ ਤੇ ਭਗਵਾਨ ਸਾਨੂੰ ਛੱਡ ਕੇ ਚੱਲਿਆ। ਜਿਨ੍ਹਾਂ ਦੇ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ ਨਾ ਜੀ, ਉਹ ਦੁੱਖਾਂ ਤੋਂ ਘਬਰਾਉਂਦੇ ਨਹੀਂ, ਦੁੱਖਾਂ ਤੋਂ ਡਰਦੇ ਨਹੀਂ। ਤੋ ਇਸ ਪ੍ਰਕਾਰ ਹੁਣ ਗੁਰਮੁਖ ਪਿਆਰਿਓ, ਕਹਿੰਦੇ ਜੀ ਉਹ ਕੈਦਖਾਨੇ ਦੇ ਵਿੱਚ ਵੀ ਆਪ ਦਾ ਆਨੰਦ ਲੁੱਟੀ ਜਾ ਰਹੇ ਨੇ, ਭਜਨ ਕਰਦੇ ਨੇ, ਸਿਮਰਨ ਕਰਦੇ ਨੇ, ਕਿਸੇ ਚੀਜ਼ ਦੀ ਚਿੰਤਾ ਨਹੀਂ, ਕਿਸੇ ਚੀਜ਼ ਦਾ ਫਿਕਰ ਨਹੀਂ, ਮਨ ਦਾ ਟਿਕਾ ਬਣਿਆ ਹੋਇਆ ਹੈ। ਕਿਆ ਰਹਾ ਮਿਲਨੇ ਕੋ ਜਿਸਕੋ ਚੈਨ ਦਿਲ ਕਾ ਮਿਲ ਗਿਆ। ਜਿਹੜਾ ਪਰਮਾਤਮਾ ਦਾ ਪ੍ਰੇਮ ਹੈ ਨਾ ਜੀ, ਇਹ ਪ੍ਰੇਮ ਦਾ ਜਿਹੜਾ ਨਸ਼ਾ ਹੈ, ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਬੰਦ ਕਟਵਾਤਾ, ਆਰਿਆਂ ਨਾਲ ਚੀਰੇ ਗਏ, ਦੇਗਿਆਂ 'ਚ ਉਬਾਲੇ ਖਾ ਲਏ, ਪਰ ਉਹਨਾਂ ਦੇ ਉਹ ਪ੍ਰੇਮ ਦਾ ਨਸ਼ਾ ਨਹੀਂ ਲੱਥਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜਨਮ ਸਾਖੀ 'ਚ ਲਿਖ ਗਏ ਨੇ ਬਚਨ, ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਤੇ ਜਿਹੜਾ ਇਹ ਰੱਬ ਦਾ ਪ੍ਰੇਮ ਦਾ ਨਸ਼ਾ ਹੈ ਨਾ, ਇਹ ਦੁੱਖਾਂ ਦੇ ਵਿੱਚ ਲਹਿੰਦਾ ਨਹੀਂ ਕਦੇ। ਇੱਕ ਵਾਰੀ ਚੜ੍ਹ ਜਾਵੇ, ਅਬਲੇ ਤਾਂ ਇਹ ਨਸ਼ਾ ਚੜ੍ਹਦਾ ਨਹੀਂ ਹੈ, ਜਿਨ੍ਹਾਂ ਨੂੰ ਚੜ੍ਹ ਗਿਆ ਫਿਰ ਉਹਨਾਂ ਦਾ ਇਹ ਨਸ਼ਾ ਲੈਂਦਾ ਨਹੀਂ। ਕੋਈ ਵੀ ਦੁੱਖ ਇਹਨਾਂ ਦੇ ਇਸ ਨਸ਼ੇ ਨੂੰ ਤੋੜ ਨਹੀਂ ਸਕਦਾ, ਇਹਨਾਂ ਦੀ ਇਹ ਖੁਮਾਰੀ ਨੂੰ ਲਾਹ ਨਹੀਂ ਸਕਦਾ। ਤੋ ਗੁਰਮੁਖੋ, ਹੁਣ ਬੇਸ਼ੱਕ ਮਦਨ ਮੋਹਨ ਜੀ ਉਸ ਜੇਲ੍ਹ ਖਾਨੇ ਦੇ ਵਿੱਚ ਵੀ ਵਿਕੁੰਠ ਦਾ ਆਨੰਦ ਮਾਣ ਰਹੇ, ਕੋਈ ਫਿਕਰ ਨਹੀਂ ਮੈਨੂੰ ਆਜ਼ਾਦ ਕੀਤਾ ਜਾਵੇ ਜਾਂ ਮੇਰੇ ਤੇ ਕਲੰਕ ਲੱਗ ਗਿਆ, ਮੈਨੂੰ ਲੋਕੀ ਚੋਰ ਸਮਝਦੇ ਨੇ, ਮੈਨੂੰ ਲੋਕੀ ਪਤਾ ਨਹੀਂ ਕੀ ਕੁਝ ਕਹਿੰਦੇ ਹੋਣਗੇ। ਸਾਰੀ ਜ਼ਿੰਦਗੀ ਕਈ ਵਾਰੀ ਆਪਾਂ ਇਹਨਾਂ ਚੀਜ਼ਾਂ ਵਿੱਚ ਲਗਾ ਦਿੰਦੇ ਹਾਂ ਵੀ ਸਾਰੀ ਦੁਨੀਆ ਸਾਨੂੰ ਚੰਗਾ ਹੀ ਕਹੇ, ਇਹੀ ਫਿਕਰ ਪਿਆ ਰਹਿੰਦਾ, ਮੇਰੇ ਬਾਰੇ ਫਲਾਨਾ ਕੀ ਕਹਿੰਦਾ ਸੀ, ਮੇਰੇ ਬਾਰੇ ਇੱਦਾਂ ਕਿਹਾ ਤੇ ਮੈਂ ਇਹ ਗੱਲ ਹੁਣ ਕਲੀਅਰ ਕਰਨੀ, ਮੈਂ ਤੇ ਇੱਦਾਂ ਦਾ ਹਾਂ ਨਹੀਂ, ਮੈਨੂੰ ਇੱਦਾਂ ਕਿਉਂ ਕਿਹਾ ਗਿਆ। ਕਈ ਵਾਰੀ ਸਾਰੀ ਜ਼ਿੰਦਗੀ ਇਹਨਾਂ ਫਿਕਰਾਂ ਵਿੱਚ ਲਗਾ ਦਿੰਦੇ ਹਾਂ ਵੀ ਲੋਕੀ ਮੈਨੂੰ ਚੰਗਾ ਹੀ ਕਹਿਣ, ਮੈਨੂੰ ਕੋਈ ਮਾੜਾ ਨਾ ਆਖੇ। ਇਹ ਵੀ ਬਹੁਤ ਵੱਡਾ ਸਾਡਾ ਭਰਮ ਹੈ। ਇਹ ਭਰਮ ਜਦ ਤੱਕ ਨਹੀਂ ਟੁੱਟਦਾ, ਕਦੇ ਵੀ ਨਿਸ਼ਚਿੰਤਤਾ ਵਾਲੀ ਜ਼ਿੰਦਗੀ ਨਹੀਂ ਜੀ ਸਕਦੇ। ਤੁਸੀਂ ਸਾਰੀ ਦੁਨੀਆ ਦੀਆਂ ਨਿਗਾਹ ਦੇ ਵਿੱਚ ਚੰਗੇ ਕਦੇ ਨਹੀਂ ਬਣ ਸਕਦੇ। ਆਪਾਂ ਕਿਹਦੇ ਪਾਣੀ ਹਾਰਾਂ। ਸਾਧ ਸੰਗਤ ਜੀ, ਇੱਥੇ ਤੇ ਨਿਰੰਕਾਰ ਖੁਦ ਗੁਰੂ ਨਾਨਕ ਰੂਪ ਧਾਰ ਕੇ ਆਏ। ਗੁਰੂ ਨਾਨਕ ਮਹਾਰਾਜ ਨੂੰ ਵੀ ਦੁਨੀਆ ਬੇਤਾਲਾ ਕਹਿੰਦੀ ਰਹੀ, ਗੁਰੂ ਨਾਨਕ ਮਹਾਰਾਜ ਨੂੰ ਵੀ ਦੁਨੀਆ ਕੁਰਾਈਆ ਕਹਿੰਦੀ ਰਹੀ। ਗੁਰੂ ਨਾਨਕ ਮਹਾਰਾਜ ਦੇ ਬਾਰੇ ਵੀ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਸੰਸਾਰ ਦੇ ਲੋਕੀ ਕਰਦੇ ਰਹੇ। ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਵਿਚਾਰਾ ਕਹਿੰਦਾ, ਕੋਈ ਕਹਿੰਦੇ ਇਹ ਵੀ ਬਾਕੀਆਂ ਵਰਗਾ ਹੀ ਹੈ, ਇਹਦੇ ਵਿੱਚ ਕਿਹੜੀ ਵੱਖਰੀ ਗੱਲ ਹੈ। ਤੇ ਇਸ ਤਰ੍ਹਾਂ ਨਾਲ ਸੰਸਾਰ ਨਹੀਂ ਕਦੇ ਵੀ ਰਾਜੀ ਹੋਇਆ। ਰੱਬ ਦੇ ਪਿਆਰੇ ਕੋਸ਼ਿਸ਼ ਵੀ ਨਹੀਂ ਕਰਦੇ ਸੰਸਾਰ ਨੂੰ ਰਾਜੀ ਕਰਨ ਦੀ। ਹੁਣ ਸੱਚ ਕਦੇ ਛੁਪਦਾ ਨਹੀਂ ਹੁੰਦਾ। ਬੇਸ਼ੱਕ ਭਗਤ ਜੀ ਉੱਥੇ ਆਪਣੇ ਬੰਦੀਖਾਨੇ ਦੇ ਵਿੱਚ ਵੀ ਆਪਣੇ ਪਰਮੇਸ਼ਰ ਦੇ ਨਾਲ ਜੁੜੇ ਹੋਏ, ਭਗਤੀ ਵਿੱਚ ਜੁੜੇ ਹੋਏ ਨੇ, ਪਰ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਜਾਂ ਜਿਹੜੇ ਉਹਨਾਂ ਨਾਲ ਪਿਆਰ ਕਰਨ ਵਾਲੇ, ਉਹ ਇਕੱਠੇ ਹੋ ਕੇ ਸਾਰੇ ਜਣੇ ਬਾਦਸ਼ਾਹ ਅਕਬਰ ਦੇ ਪੇਸ਼ ਹੋਏ। ਪੇਸ਼ ਹੋ ਕੇ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਕੁਛ ਹਾਲਾਤ ਇਹੋ ਜਿਹੇ, ਧਰਮੀ ਬਾਦਸ਼ਾਹ ਜਿਹੜੇ ਹੁੰਦੇ ਸੀ ਨਾ ਜੀ, ਉਹਨਾਂ ਨੇ ਆਪਣੇ ਦਰਬਾਰ ਦੇ ਬਾਹਰਲੇ ਪਾਸੇ ਇੱਕ ਰੱਸੀ ਬੰਨ੍ਹੀ ਹੁੰਦੀ ਸੀ।
ਉਹ ਰੱਸੀ ਖਿੱਚਦਾ ਸੀ, ਜਿਹੜਾ ਜਿਹਨੂੰ ਕੋਈ ਦੁੱਖ ਹੁੰਦਾ, ਕੋਈ ਤਕਲੀਫ ਹੁੰਦੀ, ਕੋਈ ਅਰਜ਼ ਕਰਨੀ ਹੁੰਦੀ, ਬਾਦਸ਼ਾਹ ਦੇ ਅੱਗੇ ਕੋਈ ਬੇਨਤੀ ਕਰਨੀ ਹੁੰਦੀ, ਉਹ ਰੱਸੀ ਖਿੱਚਦਾ ਤੇ ਉਸ ਰੱਸੀ ਦਾ ਜਿਹੜਾ ਸਿਰਾ ਸੀ ਦੂਸਰੇ ਪਾਸੇ ਇੱਕ ਘੰਟੀ ਵੱਜੀ ਹੁੰਦੀ ਸੀ ਉਹਦੇ ਨਾਲ, ਤੇ ਉਹ ਬਾਦਸ਼ਾਹ ਦੇ ਕੋਲ ਘੰਟੀ ਖੜਕਦੀ ਸੀ ਤੇ ਬਾਦਸ਼ਾਹ ਨੂੰ ਪਤਾ ਲੱਗ ਜਾਂਦਾ ਸੀ ਕੋਈ ਦਰਬਾਰ ਦਾ ਸਵਾਲੀ ਆਇਆ ਹੈ, ਕੋਈ ਗੱਲ ਕਰਨ ਵਾਲਾ ਆਇਆ ਹੈ, ਮੇਰੀ ਲੋੜ ਹੈ ਕਿਸੇ ਨੂੰ। ਤੇ ਇਹ ਲੋਕਾਂ ਨੇ ਇਕੱਠੇ ਹੋ ਕੇ ਜਾ ਕੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਬੇਨਤੀ ਕੀਤੀ, ਐ ਬਾਦਸ਼ਾਹ ਸੱਚ ਕੁਛ ਹੋਰ ਹੈ, ਤੇਰੇ ਤਾਈਂ ਗੱਲ ਕੁਛ ਹੋਰ ਆਈ ਹੈ। ਉਹਨਾਂ ਨੇ ਮਦਨ ਮੋਹਨ ਜੀ ਦੇ ਬਾਰੇ ਜੋ ਸਚਾਈ ਸੀ ਉਹ ਸਾਰਾ ਕੁਝ ਦੱਸਿਆ ਵੀ ਉਹਨੇ ਤੇ ਸਾਧੂ ਸੰਤਾਂ ਦੀ ਸੇਵਾ ਕੀਤੀ ਹੈ, ਕੋਈ ਮਾੜਾ ਕੰਮ ਨਹੀਂ ਕੀਤਾ। ਜੋ ਕੁਝ ਗੱਲਾਂ ਬਣਾਈਆਂ ਗਈਆਂ ਨੇ ਵੀ ਇਹ ਚੋਰੀ ਕਰਦਾ ਹੈ ਜਾਂ ਇਹ ਠੱਗੀ ਕਰਦਾ ਹੈ, ਇਹ ਆਪਣੇ ਲਈ ਮਾਇਆ ਇਕੱਠੀ ਕਰਦਾ ਹੈ, ਤੇ ਸਾਡੀ ਬੇਨਤੀ ਹੈ ਬਾਦਸ਼ਾਹ ਆਪਣੇ ਫੈਸਲੇ ਦੇ ਉੱਤੇ ਇੱਕ ਵਾਰੀ ਮੁੜ ਵਿਚਾਰ ਕਰ। ਤੇ ਬਾਦਸ਼ਾਹ ਉਸ ਜਿਹੜੇ ਲੋਕਾਂ ਦੀ ਟੋਲੀ ਆਈ ਹੈ ਉਹਨਾਂ ਨੂੰ ਕਹਿੰਦਾ ਵੀ ਮੈਂ ਜਾਂਚ ਕਰਾਂਗਾ, ਤੁਸੀਂ ਫਿਕਰ ਨਾ ਕਰੋ। ਉਹਨਾਂ ਨੂੰ ਵਾਪਸ ਭੇਜ ਦਿੱਤਾ ਤਸੱਲੀ ਦੇ ਕੇ। ਅਕਬਰ ਬਾਦਸ਼ਾਹ ਹੁਣ ਜਿੱਥੇ ਇਹ ਮਦਨ ਮੋਹਨ ਕੈਦ ਹੈ, ਭੇਸ ਬਦਲ ਕੇ ਉਸ ਜੇਲ੍ਹ ਦੇ ਵਿੱਚ ਜਾਂਦਾ ਹੈ। ਰਾਤ ਦੇ ਸਮੇਂ ਜਾਂਦਾ ਹੈ ਤੇ ਇਹ ਦੇਖਦਾ ਹੈ ਦੂਰੋਂ ਮਦਨ ਮੋਹਨ ਜੀ ਆਪਣੇ ਧਿਆਨ ਦੇ ਵਿੱਚ ਬੈਠੇ ਆ ਤੇ ਰੱਬੀ ਗੀਤ ਗਾ ਰਹੇ ਆ। ਜਿਹੜਾ ਅਕਬਰ ਬਾਦਸ਼ਾਹ ਸੀ ਇਹ ਰਾਗ ਦਾ ਬੜਾ ਵੱਡਾ ਸਰੋਤਾ ਸੀ, ਇਹਨੂੰ ਰਾਗ ਬੜਾ ਪਸੰਦ ਸੀ ਤੇ ਮਦਨ ਮੋਹਨ ਜੀ ਬਹੁਤ ਆਨੰਦ ਦੇ ਵਿੱਚ ਪਰਮਾਤਮਾ ਦਾ ਭਜਨ ਗਾ ਰਹੇ ਆ, ਪਰਮਾਤਮਾ ਦੀ ਸਿਫਤ ਦਾ ਗੀਤ ਗਾ ਰਹੇ ਆ। ਤੇ ਜਦੋਂ ਅਕਬਰ ਬਾਦਸ਼ਾਹ ਨੇ ਸੁਣਿਆ ਤੇ ਉੱਥੇ ਦੇ ਸਿਪਾਹੀਆਂ ਨੂੰ ਅਲੱਗ ਕਰਕੇ ਪੁੱਛਿਆ ਵੀ ਇਹਦਾ ਰੋਜ਼ ਦਾ ਨਿਤ ਕਰਮ ਕੀ ਹੈ। ਚੋਰ ਦਾ ਜੀਵਨ, ਠੱਗ ਦਾ ਜੀਵਨ ਉਹ ਕੁਝ ਹੋਰ ਹੁੰਦਾ ਹੈ। ਤੇ ਸਿਪਾਹੀਆਂ ਨੇ ਦੱਸਿਆ ਵੀ ਬਾਦਸ਼ਾਹ ਸਲਾਮਤ, ਅਸੀਂ ਤੇ ਪਹਿਲੇ ਹੀ ਇਹ ਗੱਲ ਤੁਹਾਡੇ ਅੱਗੇ ਬੇਨਤੀ ਕਰਨੀ ਚਾਹੁੰਦੇ ਸਾਂ ਵੀ ਇਹਨੂੰ ਆਪਾਂ ਭੁਲੇਖੇ ਨਾਲ ਗ੍ਰਿਫਤਾਰ ਕਰ ਲਿਆ, ਭੁਲੇਖੇ ਨਾਲ ਫੜ ਲਿਆ, ਇਹ ਦੋਸ਼ੀ ਨਹੀਂ ਲੱਗਦਾ, ਇਹ ਕਸੂਰਵਾਰ ਨਹੀਂ ਲੱਗਦਾ, ਵੀ ਇਹ ਤਾਂ ਕਿਸੇ ਨਾਲ ਵਾਧੂ ਗੱਲ ਹੀ ਨਹੀਂ ਕਰਦਾ, ਬਸ ਹਰ ਵੇਲੇ ਭਜਨ ਕਰਦਾ ਰਹਿੰਦਾ, ਹਰ ਵੇਲੇ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਵੀ ਰੱਬ ਦੇ ਪਿਆਰਿਆਂ ਦੀ ਜਿਹੜੀ ਚਾਲ ਹੁੰਦੀ ਹੈ ਜੱਗ ਤੋਂ ਵੱਖਰੀ ਹੁੰਦੀ ਹੈ, ਜੱਗ ਤੋਂ ਵੱਖਰੀ ਹੁੰਦੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ, ਲਬ ਲੋਭ ਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਜਿਨ੍ਹਾਂ ਦੀ ਅੰਦਰੋਂ ਲੱਗੀ ਹੋਵੇ ਪਰਮਾਤਮਾ ਦੇ ਨਾਲ, ਉਹ ਨਹੀਂ ਦੁਨੀਆ ਦੇ ਬਹੁਤੇ ਝਮੇਲਿਆਂ ਦੇ ਵਿੱਚ ਫਸਦੇ ਪਿਆਰਿਓ। ਉਹ ਤਾਂ ਬਹੁਤਾ ਨਹੀਂ ਜਹਾਨ ਨਾਲ ਬੋਲਦੇ, ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ। ਉਹ ਤਾਂ ਬਹੁਤਾ ਨਹੀਂ ਜਗਤ ਨਾਲ, ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ। ਉਹ ਤਾਂ ਬਹੁਤਾ ਨਹੀਂ ਜਗਤ ਨਾਲ ਬੋਲਦੇ, ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ। ਉਹ ਤਾਂ ਬਹੁਤਾ ਨਹੀਂ ਜਗਤ ਨਾਲ ਬੋਲਦੇ, ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ। ਬਹੁਤਾ ਨਹੀਂ ਜਗਤ ਨਾਲ ਬੋਲਦੇ, ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ। ਉਹ ਤਾਂ ਬਹੁਤਾ ਨਹੀਂ ਜਗਤ ਨਾਲ ਬੋਲਦੇ, ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਚਾਲ ਤੇਰੇ ਭਗਤਾਂ ਦੀ। 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 ਜੁਗੋ ਜੁਗ ਨਿਰਾਲੀ, 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 ਜੁਗੋ ਜੁਗ ਨਿਰਾਲੀ। ਹਾਂਜੀ ਜੁਗੋ ਜੁਗ ਨਿਰਾਲੀ ਚਾਲ ਤੇਰੇ ਭਗਤਾਂ
ਚਾਲ ਤੇਰੇ ਭਗਤਾਂ ਦੀ। ਜੁਗੋ ਜੁਗ ਨਿਰਾਲੀ 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 ਚਾਲ ਤੇਰੇ ਭਗਤਾਂ ਦੀ। ਭਗਤਾਂ ਕੀ ਚਾਲ ਨਿਰਾਲੀ ਸਾਧ ਸੰਗਤ ਕਹਿੰਦੇ ਹੁਣ ਬਾਦਸ਼ਾਹ ਅਕਬਰ ਦੇ ਅੱਗੇ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਵੀ ਗੱਲ ਕੁਛ ਹੋਰ ਹੈ, ਬਣ ਗਈ ਕੁਛ ਹੋਰ। ਮੈਂ ਤੇ ਗੁਨਾਹਗਾਰ ਬਣ ਗਿਆ, ਮੈਂ ਤੇ ਦੋਸ਼ੀ ਬਣ ਗਿਆ, ਮੈਂ ਬਹੁਤੀ ਚੰਗੀ ਤਰ੍ਹਾਂ ਜਾਂਚ ਨਾ ਕਰੀ, ਪੜਤਾਲ ਨਾ ਕਰੀ, ਤੇ ਮੈਨੂੰ ਹੁਣ ਇਸ ਕੀਤੇ ਹੋਏ ਕਸੂਰ ਨੂੰ, ਕੀਤੀ ਹੋਈ ਗਲਤੀ ਨੂੰ ਦਰੁਸਤ ਕਰਨਾ ਪੈਣਾ। ਦੂਜੇ ਦਿਨ ਦਰਬਾਰ ਸਜਿਆ ਹੋਇਆ ਤੇ ਅਕਬਰ ਬਾਦਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕਰਿਆ ਭਈ ਮਦਨ ਮੋਹਨ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਓ। ਮਦਨ ਮੋਹਨ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਂਦਾ। ਦਰਬਾਰ ਦੇ ਵਿੱਚ ਅਕਬਰ ਬਾਦਸ਼ਾਹ ਨੇ ਆਪਣੀ ਭੁੱਲ ਦੀ ਮੁਆਫੀ ਮੰਗੀ। ਆਖਣਾ ਕੀਤਾ ਸਾਨੂੰ ਜੋ ਵੀ ਕਿਹਾ ਗਿਆ ਸੀ ਜਾਂ ਜੋ ਵੀ ਸਾਨੂੰ ਦੱਸਿਆ ਗਿਆ ਸੀ ਗੱਲ ਬਿਲਕੁਲ ਉਹਦੇ ਤੋਂ ਉਲਟ ਨਿਕਲੀ ਹੈ। ਇਸ ਕਰਕੇ ਮਦਨ ਮੋਹਨ ਜੀ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ, ਖਿਮਾ ਮੰਗਦੇ ਹਾਂ, ਤੇ ਪਰ ਹੁਣ ਤੁਸੀਂ ਸਾਡੇ ਤੇ ਇੱਕ ਪਰਉਪਕਾਰ ਕਰੋ। ਪਰਉਪਕਾਰ ਕਰੋ ਕਿ ਤੁਸੀਂ ਜਿੰਨੇ ਵਿਦਵਾਨ ਹੋ, ਤੁਸੀਂ ਜਿੰਨੇ ਰਾਗ ਦੇ ਧਨੀ ਹੋ, ਤੁਸੀਂ ਨਾ ਇਸ ਦਰਬਾਰ ਦੇ ਦਰਬਾਰੀ ਕਵੀ ਬਣੋ। ਇਸ ਦਰਬਾਰ ਦੇ ਵਿੱਚ ਤੁਹਾਨੂੰ ਇਹ ਰੁਤਬਾ ਦਿੱਤਾ ਜਾਂਦਾ ਹੈ ਦਰਬਾਰੀ ਕਵੀ ਦਾ। ਤੁਸੀਂ ਆਪਣੀ ਕਾਵਿ ਰਚਨਾ ਜੋ ਵੀ ਰਚਦੇ ਹੋ ਉਹ ਇੱਥੇ ਤੁਸੀਂ ਸੁਣਾਇਆ ਕਰੋ, ਅਸੀਂ ਸੁਣਿਆ ਕਰਾਂਗੇ। ਤੁਹਾਨੂੰ ਰਹਿਣ ਵਾਸਤੇ ਰਿਹਾਇਸ਼ ਵਧੀਆ ਮਿਲੇਗੀ, ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ। ਉਸ ਵੇਲੇ ਮਦਨ ਮੋਹਨ ਜੀ ਨੇ ਬੇਸ਼ੱਕ ਇਸ ਗੱਲ ਨੂੰ ਪ੍ਰਵਾਨ ਕਰ ਲਿਆ, ਪਰ ਥੋੜ੍ਹੇ ਦਿਨਾਂ ਦੇ ਵਿੱਚ ਹੀ ਮਦਨ ਮੋਹਨ ਦਾ ਮਨ ਉਚਾਟ ਹੋ ਗਿਆ, ਮਨ ਉਦਾਸ ਹੋ ਗਿਆ, ਤੇ ਹਰ ਵੇਲੇ ਨਾ ਇੱਕੋ ਹੀ ਵਿਚਾਰ ਕਰੀ ਜਾਂਦੇ ਨੇ ਕਿ ਕਹਿੰਦੇ ਮੇਰਾ ਜੀਵਨ ਐਵੇਂ ਨਾ ਚਲਿਆ ਜਾਵੇ। ਜਵਾਨੀ ਦਾ ਬਹੁਤਾ ਹਿੱਸਾ ਬੀਤ ਚੁੱਕਿਆ, ਵਡੇਪਾ ਸਿਰ ਤੇ ਖੜਾ ਹੈ, ਕੇਸ ਕਾਲਿਆਂ ਤੋਂ ਭੂਰੇ ਹੋਣੇ ਸ਼ੁਰੂ ਹੋ ਗਏ ਹੈ। ਜਿਵੇਂ ਬਾਣੀ ਵਿੱਚ ਫਰਮਾਨ ਆਉਂਦਾ ਹੈ, ਕਹਿੰਦੇ ਭੰਵਰ ਗਏ ਬੱਗ ਬੈਠੇ ਆਏ। ਭੰਵਨੇ ਦਾ ਰੰਗ ਕਾਲਾ ਹੁੰਦਾ ਹੈ, ਕਾਲੇ ਕੇਸ ਚਲੇ ਗਏ, ਬਗਲੇ ਦਾ ਰੰਗ ਚਿੱਟਾ ਹੁੰਦਾ ਹੈ, ਤੇ ਹੁਣ ਚਿੱਟੇ ਕੇਸ ਆ ਗਏ। ਰੈਣ ਗਈ ਮਤ ਦਿਨ ਭੀ ਜਾਏ, ਰਾਤ ਹਨੇਰਾ, ਹਨੇਰੇ ਤੋਂ ਭਾਵ ਕਾਲਾ ਰੰਗ, ਇਹ ਕਾਲੇ ਰੰਗ ਦੇ ਕੇਸ ਚਲੇ ਗਏ। ਦਿਨ ਸਫੈਦ ਰੰਗ, ਇਹ ਸਫੈਦ ਰੰਗ ਦੇ ਹੁਣ ਕੇਸ ਧੌਲੇ ਆ ਗਏ। ਜਵਾਨੀ ਤੇ ਬੀਤ ਗਈ, ਕਿਤੇ ਵਡੇਪਾ ਵੀ ਨਾ ਚਲਿਆ ਜਾਵੇ। ਇਹਨੂੰ ਤਾਂ ਸੰਭਾਲ ਲਵਾਂ, ਜੀਵਨ ਤਾਂ ਬੀਤਦਾ ਤੁਰਿਆ ਜਾ ਰਿਹਾ ਹੈ, ਕਿਤੇ ਦਿਨ ਵੀ ਨਾ ਚਲਿਆ ਜਾਵੇ। ਰਹਿਣ ਤੇਰੀ ਗਈ ਹੈ ਕਾਫਲਾ, ਦਿਨ ਵੀ ਨਾ ਚਲਿਆ।
ਨੈਣ ਤੇਰੀ ਗਈ ਹੈ ਗਾਵਲਾ। ਰੈਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬੱਗ ਬੈਠੇ ਆਏ। ਕਾਚੇ ਕਰਵੇ ਰਹਿ ਨਾ ਪਾਣੀ, ਕੱਚੇ ਘੜੇ ਦੇ ਵਿੱਚ ਕਿੰਨਾ ਕੁ ਚਿਰ ਪਾਣੀ ਰਹਿ ਸਕਦਾ ਹੈ। ਅਖੀਰ ਸਵਾਸ ਮੁੱਕ ਜਾਣੇ ਨੇ, ਸੰਸਾਰ ਤੋਂ ਰੁਖਸਤ ਹੋ ਜਾਣਾ। ਜਿਹੜਾ ਕੰਮ ਕਰਨ ਆਏ ਹੋਏ ਆ ਸੰਸਾਰ ਤੇ, ਉਹਦਾ ਖਿਆਲ ਕਰ ਲਈਏ। ਜਾਂ ਕਉ ਆਏ ਸੋਈ ਵਿਹਾਜਹੁ, ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਾਵਹੁ, ਸੁਖ ਸਹਿਜੇ ਬਹੁਰ ਨਾ ਹੋਏਗੋ ਫੇਰਾ। ਮੁੜ ਕੇ ਸੰਸਾਰ ਦੇ ਉੱਤੇ ਤੇਰਾ ਜੰਮਣਾ ਮਰਨਾ ਨਾ ਹੋਵੇ। ਕਿਸੇ ਤਰ੍ਹਾਂ ਇਸ ਬਾਤ ਨੂੰ ਸਮਝ ਕੇ ਤੇ ਭਜਨ ਬੰਦਗੀ ਕਰਕੇ 84 ਦਾ ਗੇੜ ਮੁਕਾ ਲੈ। ਹੁਣ ਰਾਜੇ ਅਕਬਰ ਦੇ ਅੱਗੇ, ਬਾਦਸ਼ਾਹ ਦੇ ਅੱਗੇ ਮਦਨ ਮੋਹਨ ਜੀ ਨੇ ਬੇਨਤੀ ਕੀਤੀ, ਐ ਰਾਜਨ, ਤੇਰਾ ਦਿੱਤਾ ਹੋਇਆ ਸਤਿਕਾਰ ਮੈਨੂੰ ਪ੍ਰਵਾਨ ਹੈ, ਪਰ ਮੈਂ ਇੱਥੇ ਹੁਣ ਰਹਿ ਨਹੀਂ ਸਕਦਾ। ਮੇਰਾ ਮਨ ਉਪਰਾਮ ਹੋ ਗਿਆ। ਮੈਂ ਕੁਝ ਸਮਾਂ ਆਜ਼ਾਦ ਵਿਚਰ ਕੇ ਤੇ ਭਜਨ ਬੰਦਗੀ ਕਰਨੀ ਚਾਹੁੰਦਾ, ਤੇ ਮੈਨੂੰ ਤੂੰ ਕਿਰਪਾ ਕਰਕੇ ਛੁੱਟੀ ਦੇ ਦੇ, ਮੈਂ ਜਾਣਾ ਚਾਹੁੰਦਾ। ਮਦਨ ਮੋਹਨ ਜੀ ਨੇ ਆਪਣੀ ਡਿਊਟੀ ਛੱਡ ਦਿੱਤੀ ਤੇ ਆਜ਼ਾਦ ਹੋ ਕੇ ਆਪਣੀ ਮੌਜ ਦੇ ਵਿੱਚ ਵਿਚਰਨ ਲੱਗੇ। ਇਕਾਂਤ ਦੇ ਵਿੱਚ ਵਾਸਾ ਰੱਖਦੇ, ਭਜਨ ਬੰਦਗੀ ਕਰਦੇ ਬਹੁਤ ਜ਼ਿਆਦਾ। ਪਰ ਹੁਣ ਕਮੀ ਇੱਕ ਇਹ ਸੀ ਵੀ ਹੱਲੇ ਤੱਕ ਗੁਰੂ ਨਹੀਂ ਸੀ ਧਾਰਨ ਕੀਤਾ, ਗੁਰੂ ਵਾਲੇ ਨਹੀਂ ਸੀ ਬਣੇ। ਭਜਨ ਬੰਦਗੀ ਕਰਦੇ ਆ ਤੇ ਜਦੋਂ ਲੋੜ ਹੁੰਦੀ ਹੈ ਭੋਜਨ ਦੀ ਤੇ ਸਾਧ ਸੰਗਤ ਜੀ ਨਗਰ ਦੇ ਵਿੱਚ ਜਾਂਦੇ ਆ ਤੇ ਸਾਧ ਸੰਗਤ ਪ੍ਰਸ਼ਾਦਾ ਮੰਗ ਕੇ ਛਕ ਲੈਂਦੇ ਆ। ਉਨਾ ਹੀ ਛਕਦੇ ਆ ਜਿੰਨੀ ਸਰੀਰ ਨੂੰ ਲੋੜ ਹੈ। ਪਰ ਹੁਣ ਇੱਕ ਹੋਰ ਖੇਡ ਵਰਤਣੀ ਸੀ। ਪਰਮੇਸ਼ਰ ਦੀਆਂ ਖੇਡਾਂ ਨੂੰ ਪਰਮੇਸ਼ਰ ਹੀ ਜਾਣਦਾ। ਇੱਕ ਦਿਨ ਨਗਰ ਦੇ ਵਿੱਚ ਤੁਰੇ ਜਾ ਰਹੇ ਇੱਕ ਨੌਜਵਾਨ ਇਸਤਰੀ, ਬਹੁਤ ਹੀ ਸੁੰਦਰ ਸਰੂਪ ਪਰਮੇਸ਼ਰ ਨੇ ਜਿਸ ਨੂੰ ਬਖਸ਼ਿਆ ਹੋਇਆ। ਭਗਤ ਜੀ ਵੈਸੇ ਤੇ ਨੀਵੀਂ ਪਾ ਕੇ ਤੁਰਦੇ ਸਨ, ਅੱਜ ਸਾਹਮਣੇ ਨੂੰ ਵੇਖ ਕੇ ਤੁਰ ਰਹੇ ਸੀ ਤੇ ਉਸ ਇਸਤਰੀ ਵੱਲ ਜਦੋਂ ਨਿਗਾਹ ਪਈ ਤੇ ਇਹਨਾਂ ਦੇ ਮਨ ਨੇ ਐਸਾ ਸੰਕਲਪ ਬਣਾ ਲਿਆ, ਮਨ ਦੀ ਦਸ਼ਾ ਜਿਹੜੀ ਹੈ ਉਹ ਕੁਝ ਹੋਰ ਦੀ ਹੋਰ ਹੋ ਗਈ। ਸੱਚਮੁੱਚ ਬਾਣੀ ਨੇ ਆਖਿਆ ਹੈ, ਕੋਈ ਕਿੱਡਾ ਵੀ ਜਪੀ ਹੋਵੇ, ਕਿੱਡਾ ਵੀ ਤਪੀ ਹੋਵੇ, ਕੋਈ ਕਿੱਡਾ ਵੀ ਦ੍ਰਿੜ ਇਰਾਦੇ ਵਾਲਾ ਹੋਵੇ, ਗੁਰੂ ਦੀ ਕਿਰਪਾ ਤੋਂ ਬਿਨਾ ਕਦੇ ਵੀ ਇਹ ਮਨ ਟਿਕਿਆ ਰਹਿ ਨਹੀਂ ਸਕਦਾ। ਮਨ ਵੈਰੀ ਨੂੰ ਨਾ ਜਿੱਤਿਆ ਜਾਵੇ, ਕਿਰਪਾ ਨਾ ਜੇ ਹੋਵੇ ਗੁਰੂ ਦੀ। ਗੁਰੂ ਦੀ ਕਿਰਪਾ ਤੋਂ ਬਿਨਾ ਇਹ ਮਨ ਰੂਪੀ ਪੰਛੀ ਕਾਬੂ ਵਿੱਚ ਨਹੀਂ ਆਉਂਦਾ। ਬਈ ਮਨ ਵੈਰੀ ਨੂੰ ਨਾ ਜਿੱਤਿਆ ਜਾਵੇ, ਕਿਰਪਾ ਨਾ ਜੇ ਹੋਵੇ ਗੁਰੂ ਦੀ। ਮਨ ਵੈਰੀ ਨੂੰ ਨਾ ਜਾਵੇ, ਨਾ ਹੋਵੇ ਗੁਰੂ ਜੀ। ਮਨ ਵੈਰੀ ਨੂੰ ਨਾ ਜਿੱਤਿਆ ਜਾਵੇ, ਕਿਰਪਾ ਨਾ ਹੋਵੇ ਗੁਰੂ ਦੀ। ਮਨ ਵੈਰੀ ਨੂੰ ਨਾ ਜਿੱਤਿਆ ਜਾਵੇ, ਕਿਰਪਾ ਜੇ ਨਾ ਹੋਵੇ ਗੁਰੂ ਦੀ। ਮਨ ਵੈਰੀ ਨੂੰ ਨਾ ਜਿੱਤਿਆ ਜਾਵੇ, ਕਿਰਪਾ ਜੇ ਨਾ ਹੋਵੇ ਗੁਰੂ ਦੀ। ਮਨ ਵੈਰੀ ਨੂੰ ਨਾ ਜਿੱਤਿਆ ਜਾਵੇ, ਕਿਰਪਾ ਜੇ ਨਾ ਹੋਵੇ ਗੁਰੂ ਦੀ। ਮਨ ਵੈਰੀ ਨੂੰ ਨਾ ਜਿੱਤਿਆ ਜਾਵੇ, ਕਿਰਪਾ ਜੇ ਨਾ ਹੋਵੇ ਗੁਰੂ ਦੀ। ਮਨ ਵੈਰੀ ਨੂੰ ਨਾ ਜਿੱਤਿਆ ਜਾਵੇ, ਕਿਰਪਾ ਜੇ ਨਾ ਹੋਵੇ ਗੁਰੂ ਦੀ। ਮਨ ਵੈਰੀ ਜਿੱਤਿਆ ਨਹੀਂ ਜਾਂਦਾ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਖਰਕਾ ਪੈ ਖਰ ਤੋ ਛੁੱਟੈ ਜੋ ਉੱਪਰ ਲਾਦਾ। ਇਹ ਤਾਂ ਐਸਾ ਖੋਤਾ ਹੈ ਮਨ, ਇਹਦਾ ਕੋਈ ਪਤਾ ਨਹੀਂ ਇਹਨੇ ਕਿੱਥੇ ਡਿੱਗ ਜਾਣਾ, ਕਿੱਥੇ ਡੋਲ ਜਾਣਾ, ਕਿਹੜੇ ਖੂਹ ਖਾਤੇ ਇਹਨੇ ਸਿੱਟ ਦੇਣਾ, ਇਹਦਾ ਕੋਈ ਪਤਾ ਨਹੀਂ ਹੈ। ਮਨਾ ਖੋਟਿਆ ਵਸਾ ਨਹੀਂ ਉਹ ਤੇਰਾ, ਬੇਈਮਾਨ ਹੋਣ ਲੱਗੇ ਦਾ ਕੋਈ ਪਤਾ ਨਹੀਂ। ਤੂੰ ਕਿਹੜੇ ਵੇਲੇ ਬੇਈਮਾਨ ਹੋ ਜਾਣਾ, ਕਿਹੜੇ ਵੇਲੇ ਤੂੰ ਫਿਰ ਜਾਣਾ, ਕੋਈ ਪਤਾ ਨਹੀਂ ਹੈ ਤੇਰਾ। ਹੇ ਵਾਹਿਗੁਰੂ, ਹੇ ਪਰਮਾਤਮਾ, ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ।
हे वाहिगुरू हथ दे के रख लई। साडे 'च कोई समर्था नहीं, साडे 'च कोई ताकत नहीं है भी असीं अपने आप बचे रह सकीए। ये तो तेरी कृपा रहमत हो जाए तां भावें बच जाइए, भावें तुहाडी बख्शिश दे नाल कलंक रहत जीवन तां ही हो सकदा। तुहाडी कृपा तो बिना पता नहीं किहड़े वेले कलंक लग जाना, पता नहीं किहड़े वेले। हुण मदन मोहन जी दे मन विच माड़ा पुरना तां आया, पर उस वेले अंदरों अंदर ही एक फैसला करिया बहुत वड्डा। की कीता जी? जिधरों वो बीबा आ रही सी, वो सुंदर इस्त्री आ रही सी, 2-4 कदमां दा फासला छड्ड के ਉਹਦੇ मगर मगर तुर पए। जदों वो अपने घर गई ते मदन मोहन जी उन्हां दे घर दे बूहे ते रुक गए ते आवाज़ दित्ती। उस इस्त्री ने आण के पुछया, आओ भगत जी, आओ संत जी। पहरावा देख के सत्कार किया। कहंदे बीबा जी साडी एक बेनती है। क्या की? क्या 2 गर्म सलाइयां लेके आओ, सानू चाहिदियां ने गर्म सलाइयां। क्या ये की करनियां ने? आख्या लोड़ है, लेके आओ, तुसी साडी बेनती मन्नो। लोहे दियां गर्म सलाखां 2 गर्म सलाइयां वो बीबी गर्म करके लेके आई। ते भगत जी कहंदे भी मैं अपना गुनाह तेरे अगे कबूल करदा है भी मैं इन्हां अखां दे नाल तैनूं माड़ी नज़र नाल वेखिआ है, ते हुण इदां कर, मैं तेरा गुनाहगार हाँ, ये गर्म सलाइयां मेरियां अखां विच मार के मेरियां अखां भंन। जिन्हां ने अपनी जिंदगी दे विच किसी मंजिल ते पुजना हो, ये बहुत औखी मंजिल है, बहुत औखी मंजिल है। मिलदी है जी मार मार के, मिलदी है जी मार मार के, ता मिलदी है जी मार मार के, मिलदी है जी मार मार के, मिलदी है जी मार मार के, मिलदी है जी मार मार के। मंजिल फकीरां वाली, औखी मंजिल फकीरां वाली, मार मार के मिलदी है जी मार मार के। औखी मंजिल फकीरां वाली, औखी मंजिल फकीरां वाली, मार मार के मिलदी है जी मार मार के। औखी मंजिल फकीरां वाली, औखी मंजिल फकीरां वाली, मार मार के मिलदी है जी मार मार के। मंजिल फकीरां वाली मार मार के, औखी मंजिल फकीरां वाली, मिलदी है मार मार के। औखी मंजिल फकीरां वाली, मिलदी है मार मार के। औखी मंजिल फकीरां वाली, मिलदी है मार मार के। ये बड़ी औखी मंजिल है। साध संगत जी मदन मोहन जी कहन लगे, कहंदे बीबा इन्हां अखां ने गुनाह कीता, इन्हां अखां ने कसूर कीता, इन्हां ने तेरे बल्ले माड़ी निगाह नाल तकिया है। तू ये गर्म सलाइयां मेरियां अखां विच मार, मेरियां अखां भंन दे। उस बीबी दे हथों गर्म सलाइयां डिग पईयां। कहनियां ऐ संत जी, ऐ भगत जी, ऐस दुनिया दे उत्ते पता नहीं किन्नियां क लोगां दियां नज़रां विच मैल है, किन्नियां क लोगां दियां नज़रां विच गंदगी है, पर आ ख्याल तां किसी दे मन विच नहीं आउंदा, आ ख्याल तां किसी दी सुरत विच नहीं आउंदा। तुसीं अपने आप नूं एडी वड्डी सज़ा ना दिओ ते मैं ये काम बिल्कुल नहीं कर सकदी, मैं नहीं सलाइयां मार सकदी। भगत जी ने उस वेले वो सलाइयां चकीआं,
ਉਹ ਸਲਾਈਆਂ ਚੱਕ ਕੇ ਕਹਿੰਦੇ ਇਸ ਮਨ ਨੇ ਉਸ ਵੇਲੇ ਤੇਰੇ ਰੂਪ ਨੂੰ ਵੇਖ ਕੇ ਆਪਣਾ ਈਮਾਨ ਗਵਾਇਆ। ਇਹ ਹੁਣ ਮੈਂ ਸਮਝਾ ਲਿਆ, ਮੁੜ ਕੇ ਪਤਾ ਨਹੀਂ ਫਿਰ ਹੋਰ ਕਿਸੇ ਦੇ ਰੂਪ ਨੂੰ ਵੇਖੇਗਾ ਤੇ ਫਿਰ ਇਹ ਆਪਣਾ ਈਮਾਨ ਗਵਾਵੇਗਾ। ਇਸ ਕਰਕੇ ਮੈਂ ਹੁਣ ਇਹਨੂੰ ਕਿਸੇ ਹੋਰ ਨੂੰ ਵੇਖਣ ਹੀ ਨਹੀਂ ਦੇਣਾ। ਆਖੋ ਸਤਿਨਾਮ। ਮੈਂ ਕਿਸੇ ਹੋਰ ਨੂੰ ਵੇਖਣ ਹੀ ਨਹੀਂ ਦੇਣਾ। ਉਹ ਗਰਮ ਸਲਾਈਆਂ ਚੱਕੀਆਂ, ਆਪਣੀਆਂ ਦੋਵਾਂ ਅੱਖਾਂ ਦੇ ਵਿੱਚ ਉਹ ਗਰਮ ਸਲਾਈਆਂ ਫੇਰ ਕੇ ਦੋਨੋਂ ਹੀ ਅੱਖਾਂ ਅੰਨੀਆਂ ਕਰ ਦਿੱਤੀਆਂ। ਨਾਮ ਮਦਨ ਮੋਹਨ ਸੀ ਤੇ ਉਦਣ ਤੋਂ ਨਾਮ ਸੂਰਦਾਸ ਪੈ ਗਿਆ। ਸੂਰਦਾਸ ਦਾ ਅਰਥ ਹੁੰਦਾ ਜਿਹਨੂੰ ਅੱਖਾਂ ਤੋਂ ਦਿਸਦਾ ਨਾ। ਤੇ ਉਹ ਬੀਬੀ ਸੀ ਜਿਹੜੀ, ਉਹ ਇਸਤਰੀ ਸੀ ਜਿਹੜੀ ਚਰਨਾਂ ਤੇ ਢਹਿ ਪਈ, ਚਰਨ ਫੜ ਕੇ ਮੁਆਫੀਆਂ ਮੰਗਦੀ, ਮਹਾਰਾਜ ਪਤਾ ਨਹੀਂ ਮੇਰੀ ਭੁੱਲ ਹੋਏਗੀ, ਮੇਰੀ ਗਲਤੀ ਹੋਏਗੀ, ਮੈਂ ਤੁਹਾਨੂੰ ਅੱਗਿਓਂ ਮਿਲੀ, ਮੇਰੇ ਰੂਪ ਨੇ ਤੁਹਾਨੂੰ ਮੋਹਿਤ ਕੀਤਾ, ਪਰ ਐਡੀ ਵੱਡੀ ਗੱਲ ਤੁਸੀਂ ਕਰ ਲਈ। ਇੱਕ ਇੰਨੇ ਗੁਨਾਹ ਦੇ ਪਿੱਛੇ ਆਪਣੀਆਂ ਅੱਖਾਂ ਭੰਨ ਲਈਆਂ, ਸਦਾ ਵਾਸਤੇ ਸੰਸਾਰ ਨੂੰ ਦੇਖਣਾ ਹੀ ਛੱਡ ਦਿੱਤਾ। ਮੈਂ ਆਪਣੇ ਆਪ ਨੂੰ ਬਹੁਤ ਵੱਡੀ ਕਸੂਰਵਾਰ ਮੰਨਦੀ ਹਾਂ, ਮੈਂ ਆਪਣੇ ਆਪ ਨੂੰ ਬਹੁਤ ਵੱਡੀ ਦੋਸ਼ੀ ਮੰਨਦੀ ਹਾਂ। ਮਹਾਰਾਜ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਇਹ। ਤੇ ਉਸ ਵੇਲੇ ਸਾਧ ਸੰਗਤੀ ਭਗਤ ਸੂਰਦਾਸ ਜੀ ਮਦਨ ਮੋਹਨ ਜੀ ਕਹਿਣ ਲੱਗੇ, ਕਹਿੰਦੇ ਇਹਦੇ ਵਿੱਚ ਗਲਤੀ ਤੇਰੀ ਤੇ ਹੈ ਹੀ ਕੋਈ ਨਹੀਂ, ਗਲਤੀ ਤੇ ਮੇਰੀ ਹੈ, ਮੇਰੇ ਮਨ ਦੀ ਹੈ, ਮੇਰੀਆਂ ਅੱਖਾਂ ਦੀ ਹੈ। ਜਿਹਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲ ਗਈ ਤੇ ਮੈਂ ਇਹ ਸਜ਼ਾ ਇਹਨਾਂ ਅੱਖਾਂ ਨੂੰ ਤਾਂ ਦਿੱਤੀ ਹੈ ਬਈ ਕਿਤੇ ਇਹ ਗਲਤੀਆਂ ਕਰਦਾ ਕਰਦਾ ਹੀ ਸਾਰੀ ਜ਼ਿੰਦਗੀ ਨਾ ਮੈਂ ਲਗਾ ਦੇਵਾਂ ਕਿਸੇ ਮੰਜ਼ਿਲ ਤੇ ਵੀ ਪੁੱਜਣਾ ਹੈ। ਇਹ ਗਲਤੀਆਂ ਕਰਦਾ ਸਾਰੀ ਜ਼ਿੰਦਗੀ ਨਾ ਮੈਂ ਲਗਾ ਦਿਆਂ ਕਿਤੇ। ਉਹ ਬੀਬੀ ਉਸ ਵੇਲੇ ਆਪਣਾ ਘਰ-ਬਾਰ ਛੱਡ ਕੇ ਉਹ ਵੀ ਭਗਤ ਸੂਰਦਾਸ ਜੀ ਦੀ ਸੇਵਾ ਵਾਸਤੇ ਨਾਲ ਤੁਰ ਪਈ। ਕਹਿੰਦੀ ਮਹਾਰਾਜ ਠੀਕ ਹੈ ਤੁਸੀਂ ਇਹ ਕੁਛ ਕੀਤਾ ਹੈ, ਪਰ ਮੈਂ ਹੁਣ ਤੁਹਾਡੀ ਸੇਵਾ ਦੇ ਵਿੱਚ ਰਵਾਂਗੀ, ਤੁਹਾਡੀ ਸੰਭਾਲ ਕਰਾਂਗੀ, ਹਰ ਵੇਲੇ ਤੁਹਾਡਾ ਖਿਆਲ ਰੱਖਾਂਗੀ। ਕਹਿੰਦੇ ਜੀ ਜਦੋਂ ਪਰਮੇਸ਼ਰ ਜੀ ਦੇ ਦਰ ਤੇ ਭਗਤ ਸੂਰਦਾਸ ਜੀ ਪ੍ਰਵਾਨ ਹੋਏ ਆ, ਉਸ ਵੇਲੇ ਪਰਮੇਸ਼ਰ ਜੀ ਨੇ ਪੁੱਛਿਆ ਸੀ ਕਿ ਦੱਸ ਤੈਨੂੰ ਕੀ ਦੇਵਾਂ, ਤੇਰੀ ਕੋਈ ਇੱਛਾ? ਤੇ ਭਗਤ ਜੀ ਨੇ ਆਖਿਆ ਸੀ ਮਹਾਰਾਜ ਮੈਨੂੰ ਤੁਹਾਡੇ ਦੀਦਾਰ ਹੋ ਜਾਣ, ਮੈਨੂੰ ਤੁਹਾਡੇ ਦਰਸ਼ਨ ਚਾਹੀਦੇ ਆ। ਉਸ ਵੇਲੇ ਪਰਮੇਸ਼ਰ ਨੇ ਸੂਰਦਾਸ ਜੀ ਦੀਆਂ ਅੱਖਾਂ ਸਾਬਤ ਕਰ ਦਿੱਤੀਆਂ। ਅੱਖਾਂ ਸਾਬਤ ਕਰਕੇ ਪਰਮੇਸ਼ਰ ਜੀ ਦੇ ਪ੍ਰਤੱਖ ਸਰਗੁਣ ਰੂਪ ਦੇ ਦੀਦਾਰ ਹੋਏ, ਦਰਸ਼ਨ ਹੋਏ। ਕਹਿੰਦੇ ਹੋਰ ਕੁਛ ਚਾਹੀਦਾ ਤਾਂ ਮੰਗ ਲੈ। ਹੁਣ ਦੂਜੀ ਮੰਗ ਕੀ ਮੰਗੀ ਸੀ? ਭਗਤ ਸੂਰਦਾਸ ਜੀ ਕਹਿੰਦੇ ਬਸ ਤੁਹਾਨੂੰ ਵੇਖਣਾ ਸੀ, ਮੈਂ ਵੇਖ ਲਿਆ, ਹੁਣ ਤੇਰੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਵੇਖਣਾ। ਦਾਤਾ ਜੇ ਮੇਰੇ ਤੇ ਤੁੱਠਾ, ਮੈਂ ਜਿੱਦਾਂ ਦਾ ਪਹਿਲਾਂ ਸੀ ਮੈਨੂੰ ਉਦਾਂ ਦਾ ਹੀ ਫੇਰ ਕਰ ਦੇ, ਮੈਂ ਜਿੱਦਾਂ ਦਾ ਪਹਿਲਾਂ ਸੀ ਮੈਨੂੰ ਉਦਾਂ ਦਾ ਹੀ ਫੇਰ ਕਰ ਦੇ। ਤੇ ਭਗਤ ਸੂਰਦਾਸ ਜੀ ਮਹਾਰਾਜ ਨੇ ਪਰਮੇਸ਼ਰ ਦੇ ਕੋਲੋਂ ਆਪਣੀਆਂ ਅੱਖਾਂ ਨੂੰ ਅੰਨੇ ਹੋਣ ਦਾ ਫੇਰ ਉਸੇ ਤਰ੍ਹਾਂ ਵਚਨ ਲੈ ਲਿਆ। ਤੇ ਇਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਇੱਕ ਸ਼ਬਦ ਛਾੜ ਮਨ ਹਰ ਵਿਮੁਖਨ ਕੋ ਸੰਗ, ਇਹ ਸ਼ਬਦ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਸਾਧ ਸੰਗਤ ਜੀ ਇਹਨਾਂ ਦੇ ਜੀਵਨ ਦੇ ਇਤਨੇ ਕੁ ਹੀ ਹਵਾਲੇ ਆਪਾਂ ਨੂੰ ਪੋਥੀਆਂ ਦੇ ਵਿੱਚੋਂ, ਗ੍ਰੰਥਾਂ ਦੇ ਵਿੱਚੋਂ ਪ੍ਰਾਪਤ ਹੋਏ ਨੇ। ਬੜੀ ਉੱਚੀ ਤੇ ਮਹਾਨ ਸੁਰਤੀ ਬਿਰਤੀ ਦੇ ਮਾਲਕ ਭਗਤ ਸੂਰਦਾਸ ਜੀ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਥਾਂ ਮਿਲਿਆ, ਉਹਨਾਂ ਦੀ ਕਮਾਈ ਨੂੰ ਕੋਟ-ਕੋਟ ਵੇਰੀ ਨਮਸਕਾਰ ਹੈ, ਕੋਟ-ਕੋਟ ਵੇਰੀ ਨਮਸਕਾਰ। ਆਓ ਸਾਧ ਸੰਗਤ ਜੀ ਅੱਜ ਦੀ ਇਤਨੀ ਸੇਵਾ ਪ੍ਰਵਾਨ ਕਰਿਓ। ਕੱਲ੍ਹ ਦਾ ਜਿਹੜਾ ਦੀਵਾਨ ਹੈ ਉਹ ਆਪਾਂ ਇਸ ਵਿਸ਼ੇ ਤੇ ਜੋ ਆਪਣਾ ਚੱਲ ਰਿਹਾ ਆਪਾਂ ਨਹੀਂ ਕਰ ਸਕਾਂਗੇ। ਕੱਲ੍ਹ ਨੂੰ ਕਿਤੇ ਦੀਵਾਨ ਹੈ ਸੰਗਤ ਦੇ ਵਿੱਚ ਹੋਰ ਥਾਂ, ਤੇ ਆਪਾਂ ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਵੀ ਉੱਥੋਂ ਲਾਈਵ ਕੀਤਾ ਜਾ ਸਕੇ। ਤੇ ਸਤਿਗੁਰੂ ਮਹਾਰਾਜ ਮਿਹਰ ਕਰਨ, ਕੱਲ੍ਹ ਦਾ ਸ਼ਾਮ ਦਾ ਦੀਵਾਨ ਸਮਾਂ ਤੇ ਸ਼ਾਇਦ ਤਕਰੀਬਨ ਇਹੀ ਹੋਏਗਾ। ਤੇ ਆਪ ਜੀ ਨੇ ਕੱਲ੍ਹ ਨੂੰ ਲਾਹਾ ਲੈਣਾ ਜੀ, ਤੇ ਅੱਗੇ ਤੋਂ ਫਿਰ ਇਸੇ ਤਰ੍ਹਾਂ ਜਿਵੇਂ ਨਿਰੰਤਰ ਦੀਵਾਨ ਚੱਲਦੇ ਨੇ ਤੇ ਉਸੇ ਤਰ੍ਹਾਂ ਚੱਲੇਗਾ। ਗੁਰੂ ਕਿਰਪਾ ਕਰੇ, ਰਹਿਮਤ ਕਰਨ ਮਹਾਰਾਜ ਸੱਚੇ ਪਾਤਸ਼ਾਹ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।